ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਮਹਾਰਾਜ ਨੇ ਬਖਸ਼ੀਆਂ ਨੇ। ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਬਹੁਤ ਹੀ ਸਤਿਕਾਰਯੋਗ ਤ੍ਰਿਹਣ ਬੰਸ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਮਹਾਨ ਵਿਦਵਾਨ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਜਿਨ੍ਹਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜੋ ਆਪਾਂ ਕਥਾ ਦਾ ਆਨੰਦ ਮਾਣ ਰਹੇ ਹਾਂ। ਦੂਜੇ ਮਹੱਲੇ ਭਾਵ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਜੀਵਨ ਦੀ ਕਥਾ। ਦੂਸਰੇ ਘਰ ਦਾ ਪ੍ਰਸੰਗ ਕੱਲ ਆਪਾਂ ਸਰਵਣ ਕੀਤਾ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸਿੱਧ ਆਏ ਹਨ, ਜਿਨ੍ਹਾਂ ਨੇ ਇਸ ਦੇਹੀ ਵਿੱਚ ਪਵਨ ਕਿੰਨੇ ਤਰ੍ਹਾਂ ਦੀ ਹੈ, ਫਿਰ ਧਾਰਾ ਕਿਹੜੀ ਹੈ ਔਰ ਤੱਤ ਕਿਹੜੇ ਨੇ, ਉਹਨਾਂ ਤੱਤਾਂ ਦੇ ਜਿਹੜੇ ਗਿਆਨ ਇੰਦਰੀ ਹੈ, ਕਿਹੜੇ ਤੱਤ ਦਾ ਕਿਹੜਾ ਇੰਦਰਾ ਹੈ, ਜਿਹੜੀਆਂ ਤੱਤਾਂ ਦੀਆਂ 25 ਪ੍ਰਕਿਰਤੀਆਂ ਉਹ ਕੀ ਨੇ। ਇਸ ਤਰ੍ਹਾਂ ਦੇ ਸਵਾਲ ਕੀਤੇ ਤਾਂ ਮਹਾਰਾਜ ਨੇ ਸਭ ਬਹੁਤ ਹੀ ਕਿਰਪਾ ਕਰਦਿਆਂ ਹੋਇਆਂ ਜਵਾਬ ਦਿੱਤੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ। ਤੇ ਨਾਲ ਸਿੱਧਾਂ ਨੂੰ ਉਪਦੇਸ਼ ਦਿੱਤਾ ਵੀ ਸਿੱਧੋ ਇਹ ਸਰੀਰ ਦੀ ਗੱਲ ਤੁਸੀਂ ਪੁੱਛ ਲਈ, ਪਰ ਇਸ ਸਰੀਰ ਰੂਪੀ ਕਿਲੇ ਵਿੱਚ ਜੋ ਅਸਲ ਵਸਤੂ ਆਤਮ ਤੱਤ ਜੋ ਪਰਮੇਸ਼ਰ ਦੀ ਅੰਸ਼ ਆਤਮਾ ਜੀਵ ਆਤਮਾ ਮੌਜੂਦ ਹੈ, ਗੱਲ ਤੇ ਉਸ ਦੀ ਹੋਣੀ ਚਾਹੀਦੀ ਸੀ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਫਿਰ ਆਤਮਿਕ ਉਪਦੇਸ਼ ਦਿੱਤਾ। ਸਿੱਧ ਮਹਾਰਾਜ ਦੇ ਚਰਨੀ ਲੱਗੇ, ਕਹਿੰਦੇ ਮਹਾਰਾਜ ਅਸੀਂ ਜਾਣ ਲਿਆ ਹੈ ਕਿ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਆਪ ਹੀ ਪੂਰਨ ਰੂਪ ਵਿੱਚ ਗੁਰੂ ਅੰਗਦ ਰੂਪ ਵਿੱਚ ਤੁਸੀਂ ਬਿਰਾਜਮਾਨ ਹੋ ਰਹੇ ਹੋ। ਇਸ ਉਪਰੰਤ ਫਿਰ ਭਾਈ ਬਾਲਾ ਜੀ, ਜਿਨ੍ਹਾਂ ਖਡੂਰ ਸਾਹਿਬ ਅਕਾਲ ਚਲਾਣਾ ਹੋਇਆ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਹੱਥੀਂ ਉਹਨਾਂ ਦਾ ਭਾਈ ਆਪਣੇ ਕੋਲ ਤਪਿਆਣਾ ਸਾਹਿਬ ਉੱਥੇ ਸੰਸਕਾਰ ਕਰਕੇ ਸਥਾਨ ਬਣਾਇਆ। ਗੁਰੂ ਪਾਤਸ਼ਾਹ ਜੀ ਦੀਆਂ ਮਿਹਰਾਂ ਸਦਕਾ ਫਿਰ ਇਹ ਸਾਰੀ ਹੀ ਜੋ ਅੰਤਮ ਕਿਰਿਆ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੇ ਸਾਰੀ ਕਰਵਾਈ ਹੈ। ਇਹ ਪ੍ਰਸੰਗ ਦੂਜੇ ਘਰ ਦਾ ਆਪਾਂ ਕੱਲ ਸਰਵਣ ਕੀਤੇ ਹੈ। ਆਓ ਅੱਗੇ ਤੀਸਰੇ ਘਰ ਦੇ ਪ੍ਰਸੰਗ ਪ੍ਰੇਮ ਔਰ ਸਤਿਕਾਰ ਦੇ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਬੇਪਰਵਾਹੋ ਨਿਤ ਰਾਗ ਦ્વੈਸ਼ ਚਿਤ ਨਾਹਿ। ਜੋ ਭਾਈ ਸਤਿਗੁਰੂ ਹੈ ਇਹ ਹਮੇਸ਼ਾ ਬੇਪਰਵਾਹ ਹੈ। ਜਿਸ ਸਤਿਗੁਰੂ ਜੀ ਦੇ ਚਿੱਤ ਵਿੱਚ ਕੋਈ ਰਾਗ ਦ્વੈਸ਼ ਈਰਖਾ ਦ્વੈਤ ਨਹੀਂ ਹੈ। ਕਰੇ ਭਾਵਨਾ ਪਾਏ ਤਿਮ ਜੋ ਨਰ ਢਿਗ ਚਾਲਿਆ ਹੈ। ਤੇ ਜੋ ਭਾਈ ਜਿਸ ਤਰ੍ਹਾਂ ਦੀ ਭਾਵਨਾ ਗੁਰੂ ਪ੍ਰਤੀ ਕੋਈ ਕਰਦਾ ਹੈ ਉਸ ਤਰ੍ਹਾਂ ਦਾ ਫਲ ਉਹ ਪਾ ਲੈਂਦਾ ਹੈ। ਜੋ ਵੀ ਕੋਈ ਪ੍ਰਾਣੀ ਗੁਰੂ ਮਹਾਰਾਜ ਦੇ ਕੋਲ ਚੱਲ ਕਰਕੇ ਆਉਂਦਾ ਹੈ। ਚੌਪਈ ਪ੍ਰੇਮ ਹਰੀ ਸੁਨ ਕਥਾ ਰਸਾਲਾ। ਸੰਤ ਰੇਣ ਪ੍ਰੇਮ ਸਿੰਘ ਜੀ ਕਹਿਣ ਲੱਗੇ ਕਿ ਹੇ ਬਾਬਾ ਪ੍ਰੇਮ ਸਿੰਘ, ਤੁਸੀਂ ਹੁਣ ਗੁਰੂ ਮਹਾਰਾਜ ਦੀ ਅੱਗੇ ਰਸਦਾਇਕ ਕਥਾ ਸਰਵਣ ਕਰੋ ਜੀ। ਬਾਬਰ ਸੁਤ ਕੀ ਭੀ ਜਿਸ ਢਾਲਾ। ਉਹ ਦੱਸਦੇ ਨੇ ਕਿ ਜਿਵੇਂ ਬਾਬਰ ਦਾ ਜਿਹੜਾ ਪੁੱਤਰ ਹੈ ਉਹ ਜਿਸ ਤਰ੍ਹਾਂ ਦੀ ਉਸ ਦੀ ਫਿਰ ਕਥਾ ਹੋਈ। ਭਾਵ ਜਿਹੜਾ ਬਾਬਰ ਦਾ ਪੁੱਤ ਹਿਮਾਊ ਬਾਦਸ਼ਾਹ ਸੀ ਉਹ ਕਿਆ ਹੋਇਆ ਹੈ। ਦਿੱਲੀ ਕਾ ਹਮਾਊ ਪਾਸ਼ਾਹੂ। ਇਹ ਦੱਸ ਰਹੇ ਨੇ ਕਿ ਉਸ ਸਮੇਂ ਦਿੱਲੀ ਦਾ ਬਾਦਸ਼ਾਹ ਬਾਬਰ ਦਾ ਪੁੱਤਰ ਹਮਾਊ ਸੀ। ਭਇਓ ਰਾਜ ਬੜ ਸਭ ਜਗ ਮਾਹੂ। ਤੇ ਜਿਹਦਾ ਬਹੁਤ ਵੱਡਾ ਰਾਜ ਸਭ ਜਗ ਵਿੱਚ ਹੋਇਆ। ਦ્વੈ ਭਰਾਤਾ ਪਠਾਨ ਬੜ ਸੂਰੇ। ਤੇ ਦੋ ਭਰਾ ਸਨ ਪਠਾਨ ਬਹੁਤ ਵੱਡੇ ਸੂਰਮੇ। ਉਹ ਪਠਾਨ ਇਹ ਮੁਗਲ ਸੀ। ਵੱਡ ਉਮਰਾਵ ਸੁਕੀਨ ਹਦੂਰੇ। ਇਹਨੇ ਉਹ ਪਠਾਨ ਦੋ ਭਰਾਵਾਂ ਨੂੰ ਹਮਾਊ ਨੇ ਵੱਡੇ ਉਮਰਾਵ ਅਹੁਦੇਦਾਰ ਬਣਾ ਕਰਕੇ ਆਪਣੇ ਕੋਲ ਰੱਖਿਆ। ਬਿਗਰ ਪਰੇ ਦਿੱਲੀ ਪਤ ਸੰਗਾ। ਤੇ ਉਹ ਇਹਨਾਂ ਦਾ ਵਿਗਾੜ ਜਿਹੜਾ ਸੀ ਇਹ ਹਮਾਊ ਬਾਦਸ਼ਾਹ ਦਿੱਲੀ ਪਤੀ ਦੇ ਨਾਲ ਹੋ ਗਿਆ। ਗਰਭ ਠਾਨ ਚਾਹਤ ਭੇ ਜੰਗਾ। ਪੂਰਾ ਫਿਰ ਹੰਕਾਰ ਕਰਕੇ ਉਹਨਾਂ ਨੇ ਜੰਗ ਚਾਹਿਆ ਕਿ ਜੰਗ ਕਰੀਏ। ਏਕ ਸਲੇਮ ਸ਼ਾਹੇ ਤਿਸ ਨਾਮ। ਇੱਕ ਦਾ ਨਾਂ ਸੀ ਸਲੇਮ ਸ਼ਾਹ। ਸ਼ੇਰ ਸ਼ਾਹੇ ਦੂਸਰ ਬਲ ਧਾਮ। ਤੇ ਦੂਜੇ ਦਾ ਨਾਂ ਸੀ ਜਿਹੜਾ ਬਲ ਦਾ ਹੀ ਘਰ ਸੀ ਸ਼ੇਰ ਸ਼ਾਹ। ਸ਼ੇਰ ਸ਼ਾਹ ਸੂਰੀ ਵੀ ਕਹਿੰਦੇ ਸੀ। ਤੇ ਜਿਹਦੇ ਨਾਂ ਤੇ ਸਭ ਤੋਂ ਪਹਿਲਾਂ ਵੱਡਾ ਜਿਹੜਾ ਸੀ ਰੋਡ ਦਿੱਲੀ ਤੋਂ ਲੈ ਕੇ ਲਾਹੌਰ ਅੱਗੇ ਚਲਿਆ ਜਾਂਦਾ ਸੀ ਉਹ ਜਿਹੜਾ ਰੋਡ ਬਣਿਆ ਸੀ ਉਹਦਾ ਨਾਂ ਸ਼ੇਰ ਸ਼ਾਹ ਸੂਰੀ ਮਾਰਗ ਪੁਰਾਣਾ ਆਉਂਦਾ ਹੈ। ਤੇ ਉਸ ਦੇ ਨਾਮ ਤੇ ਫਿਰ ਉਹਨੇ ਉਦੋਂ ਤਾਂ ਇਹ ਬਹੁਤ ਬਲ ਖਲ ਖਾ ਕੇ ਨਗਰਾਂ ਵਿੱਚ ਦੀ ਜਾਂਦਾ ਹੁੰਦਾ ਸੀ। ਇਸ ਫਿਰ ਮਾਰਗ ਤੇ ਹੀ ਵੱਡੀਆਂ ਵੱਡੀਆਂ ਸਰਾਵਾਂ ਵੀ ਸਨ। ਇਹ ਲੁਧਿਆਣੇ ਕੋਲੋਂ ਫਿਰ ਇਹਦੇ ਦੋ ਹਿੱਸੇ ਹੋ ਜਾਂਦੇ ਸੀ। ਇੱਧਰ ਨੂੰ ਨਿਕਲ ਜਾਂਦਾ ਸੀ ਫਿਰੋਜ਼ਪੁਰ ਕੰਨੀ ਨੂੰ ਜਿਹੜਾ ਜਾਂਦਾ ਹੁਣ ਰੋਡ ਆ ਜਗਰਾਉਂ ਮੋਗਾ। ਇਹਦਾ ਨਾਂ ਫਿਰ ਇਹ ਮੁਲਤਾਨ ਰੋਡ ਸੀ। ਇਹ ਸਿੱਧਾ ਮੁਲਤਾਨ ਜਾਂਦਾ ਹੁੰਦਾ ਸੀ ਇੱਧਰ। ਤੇ ਉਹ ਪਰੇ ਲਾਹੌਰ ਨਿਕਲ ਜਾਂਦਾ ਸੀ ਜਿਹੜਾ ਹੁਣ ਜਲੰਧਰ ਵਿੱਚ ਦੀ। ਹੁਣ ਤਾਂ ਚਲੋ ਬਾਈਪਾਸ ਨਿਕਲ ਵੱਖਰੇ ਹੋ ਗਿਆ ਨਾ। ਪਹਿਲਾਂ ਇਹ ਵੱਡਾ ਇਹ ਪੁਰਾਣਾ ਮਾਰਗ ਹੋਇਆ ਹੈ। ਤੁਰਹੁ ਵਿਚਾਰ ਇਹ ਦੋ ਜਾਣੇ ਸਲੇਮ ਸ਼ਾਹ ਤੇ ਦੂਸਰਾ ਜਿਹੜਾ ਬਲ ਦਾ ਧਾਮ ਹੀ ਸੀ
ਸ਼ੇਰ ਸ਼ਾਹ ਹੈ। ਆਕੀ ਦੁਰਗ ਪ੍ਰਯਾਗ ਕਰ ਲੀਨਾ। ਤੇ ਇਹਨਾਂ ਨੇ ਪ੍ਰਯਾਗ ਦਾ ਜਿਹੜਾ ਕਿਲਾ ਸੀ ਉਹ ਬਾਗੀ ਕਰ ਲਿਆ, ਭਾਵ ਕਬਜ਼ੇ ਵਿੱਚ ਕਰ ਲਿਆ ਹੈ। ਸਕਲ ਸਮਾਜ ਜੁੱਧ ਕੋ ਕੀਨਾ। ਸਾਰਾ ਜੰਗ ਯੁੱਧ ਦਾ ਸਾਜੋ ਸਮਾਨ ਉਹਦੇ ਵਿੱਚ ਇਕੱਠਾ ਕਰ ਲਿਆ ਹੈ। ਸੁਨ ਹਮਾਊ ਤਬ ਕੀਨ ਚੜਾਈ। ਤਾਂ ਇਹ ਸੁਣ ਕੇ ਹਮਾਊ ਬਾਦਸ਼ਾਹ ਨੇ ਉਹਨਾਂ ਤੇ ਚੜ੍ਹਾਈ ਕਰ ਦਿੱਤੀ। ਮੋਹ ਪੈ ਸੈਨਾ ਬਹੁ ਸਮੁਦਾਈ। ਸੋ ਇੱਥੇ ਮੋਹ ਸੋ ਪੈ ਉਹਨਾਂ ਦੇ ਉੱਤੇ ਬਹੁਤ ਵੱਡੀ ਸੈਨਾ ਚੜਾ ਕੇ ਲੈ ਕੇ ਗਿਆ। ਤਿੰਨ ਕੇ ਨਿਕਟ ਅਲਪ ਹੀ ਅਹੇ। ਹੁਣ ਇੱਧਰ ਤਾਂ ਹਮਾਊ ਕੋਲੇ ਸੈਨਾ ਵੱਡੀ ਸੀ, ਪਰ ਉਹਨਾਂ ਦੇ ਕੋਲ ਜਿਹੜੀ ਸੈਨਾ ਸੀ ਉਹ ਥੋੜੀ ਸੀ। ਹਤੋ ਕੇ ਬੰਦੋ ਚੜ ਇਮ ਕਹੇ। ਤਾਂ ਫਿਰ ਉਹ ਕਿਹਾ ਵੀ ਜਾਂ ਤਾਂ ਹਤੋ ਕੇ ਬੰਦੋ, ਜਾਂ ਤਾਂ ਗ੍ਰਿਫਤਾਰ ਹੋ ਜੋ, ਜਾਂ ਫਿਰ ਮਾਰੋ। ਇਸੇ ਤਰ੍ਹਾਂ ਉਹਨਾਂ ਨੇ ਆਪਣੀਆਂ ਫੌਜਾਂ ਨੂੰ ਕਿਹਾ ਹੈ। ਪਹੁੰਚ ਪ੍ਰਯਾਗ ਜੰਗ ਕੋ ਠਾਨਾ। ਹਮਾਊ ਬਾਦਸ਼ਾਹ ਪ੍ਰਯਾਗ ਪਹੁੰਚਿਆ ਤੇ ਜੰਗ ਸ਼ੁਰੂ ਹੋਇਆ। ਦੋਹੇ ਦਿਸ ਬਾਜੇ ਬੱਜੇ ਮਹਾਨਾ। ਦੋਵਾਂ ਪਾਸਿਆਂ ਤੋਂ ਜੰਗੀ ਮਾਰੂ ਬਾਜੇ ਬਹੁਤ ਵੱਜ ਪਏ। ਨਿਕਸੇ ਤਬ ਪਠਾਨ ਦੁਐ ਭਾਈ। ਦੋਵੇਂ ਭਰਾ ਪਠਾਨ ਕਿਲੇ ਵਿੱਚੋਂ ਨਿਕਲੇ ਹਨ। ਲਸ਼ਕਰ ਮਿਲਤੇ ਮੱਚੀ ਲੜਾਈ। ਇਉਂ ਫੌਜਾਂ ਆਪਸ ਵਿੱਚ ਟਕਰਾ ਗਈਆਂ, ਵੱਡਾ ਜੰਗ ਮੱਚ ਪਿਆ ਹੈ। ਤਬੇ ਪਠਾਨ ਗਹੀ ਕਿਰਪਾਨੈ। ਇਹ ਪਠਾਣਾ ਨੇ ਵੀ ਫਿਰ ਕਿਰਪਾਨਾਂ ਫੜ ਲਈਆਂ। ਭਏ ਸਮੁਖ ਗਨ ਸੁਪਟਨ ਹਾਨੈ। ਇਉਂ ਸਾਹਮਣੇ ਹੋ ਕੇ ਹਮਾਊ ਦੇ ਬਹੁਤ ਵੱਡੇ ਵੱਡੇ ਸੂਰਮਿਆਂ ਨੂੰ ਮਾਰਿਆ ਹੈ। ਕਹਿ ਕਹਾਂ ਲਗ ਜੁੱਧ ਅਖਾਰਾ। ਕਹਿੰਦੇ ਭਾਈ ਇਹ ਯੁੱਧ ਦਾ ਜਿਹੜਾ ਅਖਾੜਾ ਸੀ, ਮੈਦਾਨੇ ਜੰਗ ਦਾ, ਕੈਸੀ ਕਟਾ ਵੱਡੀ ਉਹਨੂੰ ਕਿੱਥੇ ਕੁ ਤੱਕ ਕਹੀਏ। ਲੋਥੇ ਬਿਥਰੀ ਧਰਾ ਮਝਾਰਾ। ਧਰਤੀ ਦੇ ਉੱਤੇ ਲੋਥਾਂ ਹੀ ਲੋਥਾਂ ਬਿਥਰ ਗਈਆਂ, ਖਿੰਡ ਗਈਆਂ। ਜਬ ਹੈ ਬਰਿੰਦ ਤਲਵਾਰੈ ਚਾਲੀ। ਜਦੋਂ ਬਹੁਤ ਤਲਵਾਰਾਂ ਜਿਹੜੀਆਂ ਚੱਲ ਪਈਆਂ। ਰੰਗ ਭੂਮ ਕਾ ਪਸਰੀ ਲਾਲੀ। ਜਿਹੜੀ ਧਰਤੀ ਸੀ ਨਾ ਉਹ ਸਾਰੀ ਲਾਲ ਰੰਗ ਦੀ ਹੋ ਗਈ ਹੈ। ਪਾਤਸ਼ਾਹੇ ਕੋ ਲਸ਼ਕਰ ਭਾਗਾ। ਤਾਂ ਆਖਰ ਜਿਹੜਾ ਹਮਾਊ ਬਾਦਸ਼ਾਹ ਸੀ ਇਹਦੀਆਂ ਫੌਜਾਂ ਭੱਜ ਚਲੀਆਂ। ਨਹੀਂ ਪਠਾਨਨ ਕੋ ਲੀਏ ਆਗਾ। ਤਾਂ ਇਹ ਪਠਾਣਾ ਨੂੰ ਅੱਗੇ ਨਾ ਲਾ ਸਕੇ। ਤਛਾ ਮੁੱਛ ਤਰਵਾਰਨ ਕਰਕੇ। ਤਾਂ ਉਸ ਸਮੇਂ ਫਿਰ ਤਲਵਾਰਾਂ ਨਾਲ ਕਟਾ ਵੱਢੀ ਕਰਕੇ ਕਾਇਰ ਭੱਜੇ ਨਾ ਹੇਰਤ ਫਿਰਕੈ। ਇਉਂ ਕਾਇਰ ਤਾਂ ਜਿਹੜੇ ਮੈਦਾਨੇ ਜੰਗ ਵਿੱਚੋਂ ਭੱਜ ਨਿਕਲੇ। ਨਾ ਹੇਰਤ ਫਿਰਕੈ। ਕਹਿੰਦੇ ਭਾਈ ਮੁੜ ਕੇ ਕਿਸੇ ਨੇ ਹੇਰਤ ਫਿਰਕੈ ਕਹੀਏ ਵੇਖਿਆ ਨਹੀਂ ਹੈ। ਤਬ ਹਮਾਊ ਰਾਜਧਾਨੀ ਤਿਆਗੇ। ਤੇ ਹਮਾਊ ਬਾਦਸ਼ਾਹ ਨੇ ਵੀ ਦਿੱਲੀ ਨੂੰ ਤਿਆਗ ਦਿੱਤਾ। ਲਸ਼ਕਰ ਮਰਿਓ ਚੱਲਿਓ ਫਿਰ ਭਾਗੇ। ਇਹਦੀਆਂ ਫੌਜਾਂ ਬਹੁਤ ਮਰ ਗਈਆਂ ਤੇ ਹਮਾਊ ਬਾਦਸ਼ਾਹ ਦਿੱਲੀੋਂ ਭੱਜ ਚੱਲਿਆ ਹੈ। ਦਿੱਲੀ ਆਦ ਪਠਾਨਨ ਛੀਨੀ। ਤੇ ਦਿੱਲੀ ਨੂੰ ਇਹਨਾਂ ਪਠਾਣਾ ਨੇ ਖੋਹ ਲਿਆ ਹੈ। ਆਪਣੀ ਦੋਹੀ ਫੇਰਨ ਕੀਨੀ। ਤੇ ਆਪਣੀ ਦੋਹੀ ਫੇਰਤੀ ਕਿ ਹੁਣ ਅਸੀਂ ਬਾਦਸ਼ਾਹ ਹਾਂ। ਵਿਆਕੁਲ ਹੋਇ ਹਮਾਊ ਤਬ ਕਹਿਓ। ਹਮਾਊ ਜਿਹੜਾ ਹੈ ਬਹੁਤ ਹੈਰਾਨ ਵਿਆਕੁਲ ਹੋਇਆ। ਫਿਰ ਕਹਿੰਦਾ ਹੈ ਸੇਵਕ ਨਿਜ ਨਜੀਕ ਜੋ ਲਹਿਓ। ਜਿਹੜਾ ਕੋਈ ਇਹਦੇ ਕੋਲੇ ਇਹਦਾ ਨਿਜ ਬਹੁਤ ਨੇੜੇ ਸੇਵਕ ਹੈ। ਸ੍ਰੀ ਨਾਨਕ ਕੋ ਸੇਵਕ ਪੂਰਾ। ਕਹਿਣ ਲੱਗੇ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਕੋਈ ਪੂਰਾ ਸੇਵਕ ਹੈ ਕਿ ਨਹਿ ਗਾਦੀ ਪਰ ਰੂਰਾ।
ਕੋਈ ਹੈ ਉਹਨਾਂ ਦੀ ਗੱਦੀ ਦੇ ਉੱਤੇ ਹੁਣ ਪੂਰਨ ਰੂਪ ਸੁੰਦਰ, ਜਿਹੜਾ ਕੋਈ ਬਿਰਾਜਮਾਨ ਹੋਵੇ। ਤਿਹ ਸੋ ਕਰਹਿ ਮੇਲ ਹਮ ਜਾਈ, ਮੈਂ ਉਹਨਾਂ ਨੂੰ ਹੁਣ ਜਾ ਕੇ ਮਿਲਾਂ। ਮਮ ਪਿਤ ਬਾਬਰ ਨੇ ਤਹਿ ਪਾਈ, ਕਿਉਂਕਿ ਮੇਰੇ ਪਿਤਾ ਬਾਬਰ ਨੇ ਉਹਨਾਂ ਤੋਂ ਹੀ ਜਿਹੜੀ ਹੈ ਰਾਜ ਦੀ ਗੱਦੀ ਪਾਈ, ਬਚਨ ਲਿਆ ਸੀ। ਕਈ ਪੁਸ਼ਤ ਲੋ ਫੁਰਿਓ ਨ ਬੈਨਾ, ਉਹਨਾਂ ਨੇ ਤਾਂ 7 ਪੁਸ਼ਤਾਂ ਦਾ ਪੂਰਨ ਰਾਜ ਤੇ ਜਿਹੜੀਆਂ 5 ਸੀ ਅੱਗੇ ਉਹ ਝਾੜ, ਕਹਿੰਦੇ ਉਹ ਕਈ ਪੁਸ਼ਤਾਂ ਦਾ ਰਾਜ ਲਿਆ ਸੀ, ਪਰ ਉਹ ਤਾਂ ਬਚਨ ਫੁਰੇ ਨਹੀਂ ਹੈ। ਮੇਰਾ ਤਾਂ ਦੂਜੀ ਪੀੜ੍ਹੀ 'ਚ ਹੀ ਰਾਜ ਖੁੱਸ ਗਿਆ ਹੈ। ਬੂਝੈ ਤਹਿ ਸੋ ਜਹਿ ਉਰ ਭੈ ਨਾ, ਤੇ ਉਹਨਾਂ ਤੋਂ ਪੁੱਛੀਏ ਜਿਨ੍ਹਾਂ ਦੇ ਹਿਰਦੇ ਵਿੱਚ ਕੋਈ ਭੈ ਨਹੀਂ ਸਤਿਗੁਰੂ ਦੇ। ਤਬ ਵਜ਼ੀਰ ਨੇ ਕਹਾ ਸੁਨਾਈ, ਤਾਂ ਜਿਹੜਾ ਮੁੱਖ ਵਜ਼ੀਰ ਸੀ ਉਹਨੇ ਫਿਰ ਇਸ ਨੂੰ ਜਿਹੜਾ ਹੈ ਸੁਣਾ ਕੇ ਭਾਵ ਇਸ ਨੂੰ ਕਿਹਾ ਹੈ। ਗੋਰੇ ਅੰਗਦ ਬੈਠਿਓ ਤਿੰਨ ਥਾਈ, ਕਿ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਤਾ ਗੱਦੀ ਦੇ ਉੱਤੇ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਬੈਠੇ ਹਨ। ਆਰਫ ਕਾਮਲ ਵਲੀ ਵਲਾਇਤ, ਬੜੇ ਵਿਦਵਾਨ ਨੇ, ਬੜੇ ਕਾਮਲ ਗਿਆਨੀ ਤੇ ਬਹੁਤ ਹੀ ਸ਼ਕਤੀ ਵਾਲੇ। ਆਰਫ ਗਿਆਨਵਾਨ ਨੇ, ਪੂਰਨ ਨੇ, ਵਲੀ ਬੜੇ ਬਲ ਵਾਲੇ ਕਰਾਮਾਤੀ ਹਨ। ਮਿਲ ਮਕਸੂਦ ਚਲੋ ਇਤ ਸਾਇਤ, ਤਾਂ ਹੁਣ ਮਿਲ ਮਕਸੂਦ, ਇਹ ਨਫੇ ਦੇ ਵਾਸਤੇ ਵੀ ਨਫਾ ਮਿਲ ਜਾਵੇ। ਸਾਇਤ ਹੁਣੇ ਹੀ, ਇਸੇ ਘੜੀ ਹੀ। ਆਮ ਆਪਾਂ ਅੱਗੇ ਸ਼ਬਦ ਵਰਤਦੇ ਨੇ, ਸਾਇਤ ਸ਼ਬਦ ਫਾਰਸੀ ਦਾ ਹੈ, ਤੇ ਆਮ ਉੱਥੇ ਹੁਣ ਜੋ ਗੱਲਾਂ ਪੁਰਾਣੇ ਕੋਈ ਵਾਰ ਗੱਲਾਂ ਕਰਦੇ ਵੀ ਫਲਾਨੇ ਦੀ ਸਾਇਤ ਆ ਗਈ, ਉਹ ਸਾਇਤ ਸ਼ਬਦ ਹੈ ਫਾਰਸੀ ਦਾ, ਜਿਹਦਾ ਭਾਵ ਹੈ ਟਾਈਮ, ਘੜੀ। ਚਲੋ ਮਿਲ ਮਕਸੂਦ ਚਲੋ ਇਤ ਸਾਇਤ, ਹੁਣੇ ਹੀ ਨਫਾ ਲਈ, ਭਾਵ ਸਾਰੇ ਮਿਲ ਕਰਕੇ ਹੁਣੇ ਇਸੇ ਘੜੀ ਚੱਲੀਏ। ਭਲੋ ਵਿਚਾਰ ਆਪ ਨੇ ਕੀਨੋ, ਇਹ ਤੁਸੀਂ ਬਹੁਤ ਚੰਗਾ ਜਿਹੜਾ ਹੈ ਬਾਦਸ਼ਾਹ ਵਿਚਾਰ ਕੀਤਾ ਹੈ। ਬੂਝੋ ਤੈਨ ਇਹ ਪਦ ਜਿਨ ਦੀਨੋ, ਚਲੋ ਉਹਨਾਂ ਨੂੰ ਪੁੱਛੀਏ ਜਾ ਕੇ ਜਿਨ੍ਹਾਂ ਨੇ ਇਹ ਰਾਜ ਪਦ ਦੀ ਬਖਸ਼ਿਸ਼ ਕੀਤੀ। ਸੋਨਤ ਖਡੂਰ ਹਮਾਊ ਆਇਓ, ਹਮਾਊ ਬਾਦਸ਼ਾਹ ਇਹ ਸੁਣ ਕਰਕੇ ਫਿਰ ਖਡੂਰ ਸਾਹਿਬ ਪਹੁੰਚਿਆ। ਸ੍ਰੀ ਅੰਗਦ ਜੀ ਜਹਾਂ ਸੁਹਾਇਓ, ਜਿੱਥੇ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਸੋਭ ਰਹੇ ਨੇ। ਨਿਜ ਆਨੰਦ ਮਹਿ ਸਤਿਗੁਰ ਬੈਸੇ, ਸਤਿਗੁਰੂ ਜੀ ਆਪਣੇ ਨਿਜਾਨੰਦ ਵਿੱਚ, ਸੁਰਤ ਜਿਹੜੀ ਹੈ ਨਿਜ ਆਨੰਦ, ਜੋ ਪ੍ਰਮਾਤਮਾ ਆਨੰਦ ਸਰੂਪ ਹੈ। ਨਿਜ ਆਪਾ, ਭਾਵ ਜੋ ਅਸਲ ਗੁਰੂ ਮਹਾਰਾਜ ਦਾ ਆਪਾ ਹੈ ਉਹ ਤਾਂ ਨਿਜ ਅਕਾਲ ਪਰਮੇਸ਼ਰ ਹੀ ਹੈ ਨਾ। ਉਸ ਵਿੱਚ ਆਪਣੇ ਨਿਜਾਨੰਦ ਦੇ ਵਿੱਚ ਸੁਰਤੀ ਜੋੜ ਕਰਕੇ ਸਤਿਗੁਰੂ ਪਾਤਸ਼ਾਹ ਜੀ ਉਸ ਸਮੇਂ ਬੈਠੇ ਹਨ। ਹਰਖ ਸੋਗ ਜਿਨ ਮਨ ਮਹਿ ਕੈਸੇ, ਹਰਖ ਸੋਗ ਜਿਨ ਮਨ ਨਹਿ ਕੈਸੇ, ਜਿਨ੍ਹਾਂ ਦੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਹਰਖ ਸੋਗ, ਖੁਸ਼ੀ ਗਮੀ ਉਸ ਸਮੇਂ ਨਹੀਂ ਹੈ। ਭਾਵ ਸੁਰਤੀ ਬਹੁਤ, ਗੁਰੂ ਦੇ ਕੀ ਹੋਣਾ, ਗੁਰੂ ਤਾਂ ਹਰਖ ਸੋਗ ਤੋਂ ਉੱਪਰ ਹੈ। ਜਿਹੜਾ ਕੋਈ ਸਤਿਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਗੁਰਮੁਖ ਬਣ ਜਾਂਦਾ ਹੈ, ਬ੍ਰਹਮ ਗਿਆਨੀ, ਉਹ ਵੀ ਹਰਖ ਸੋਗ ਤੋਂ ਉੱਪਰ ਉੱਠ ਜਾਂਦਾ ਹੈ। ਬੰਦਨ ਠਾਨ ਹਮਾਊ ਖਰਿਓ, ਤੇ ਹਮਾਊ ਬਾਦਸ਼ਾਹ ਨੇ ਨਮਸਕਾਰ ਕੀਤੀ, ਖੜ ਗਿਆ ਹੈ। ਪਰਖ ਹੇਤ ਗੁਰ ਰੁਖ ਨਹਿ ਕਰਿਓ, ਤੇ ਗੁਰੂ ਮਹਾਰਾਜ ਪਰਖ ਵੀ ਕਰਦੇ ਆ, ਇਸ ਕਰਕੇ ਇਹਦੇ ਵੱਲ ਕੋਈ ਰੁਖ ਨਹੀਂ ਕੀਤਾ, ਧਿਆਨ ਨਹੀਂ ਕੀਤਾ। ਪਰਚਤ ਰਹੇ ਆਤਮਾ ਸਾਥਾ, ਆਪਣੇ ਭਾਈ ਆਤਮ ਸਰੂਪ ਵਿੱਚ ਹੀ ਪਰਚੇ ਰਹੇ। ਸਭ ਘਟ ਕੀ ਜਾਣਤ ਜਗਨਾਥਾ, ਜੋ ਜਗਤ ਦੇ ਮਾਲਕ ਹੈ ਤੇ ਸਾਰੇ ਭਾਈ ਘਟਾਂ ਹਿਰਦਿਆਂ ਦੀ ਜਾਣਨ ਵਾਲੇ ਹਨ।
ਤਬ ਹਮਾਊ ਮਨ ਕੋਪ ਬਸੇਖਾ। ਤਾਂ ਹਮਾਊ ਬਾਦਸ਼ਾਹ ਨੇ ਮਨ ਵਿੱਚ ਕੋਪ ਕ੍ਰੋਧ ਬਹੁਤ ਕੀਤਾ ਹੈ। ਨਹਿ ਇਸ ਨੇ ਮੋਰੀ ਦਿਸ ਦੇਖਾ। ਇਉਂ ਸੋਚਿਆ ਵੀ ਦੇਖੋ ਮੈਂ ਬਾਦਸ਼ਾਹ ਦਿੱਲੀ ਦਾ ਤੇ ਹਾਰ ਖਾ ਕੇ ਆ ਗਿਆ ਉਸ ਸਮੇਂ, ਇਹਨਾਂ ਨੇ ਮੇਰੇ ਵੱਲ ਦੇਖਿਆ ਹੀ ਨਹੀਂ ਹੈ। ਦੁਐ ਘਟ ਕਾ ਮੈਂ ਠਾਡੋ ਰਹਿਓ। ਕਹਿੰਦਾ 2 ਘੜੀਆਂ ਦਾ ਮੈਂ ਇਹਨਾਂ ਦੇ ਸਾਹਮਣੇ ਖੜਾ ਹਾਂ। ਕਛ ਪ੍ਰਭਾਵ ਨਹਿ ਮਨ ਮਹਿ ਲਇਓ। ਤੇ ਮੇਰਾ ਇੱਥੇ ਆਉਣ ਦਾ ਇਹਨਾਂ ਦੇ ਮਨ ਵਿੱਚ ਕੋਈ ਪ੍ਰਭਾਵ ਹੀ ਨਹੀਂ ਲਿਆ ਹੈ। ਗਇਓ ਰਾਜ ਮੈਂ ਹੋਇਓ ਦੀਨ। ਮੇਰਾ ਰਾਜ ਚਲਿਆ ਗਿਆ। ਹਮਾਊਂ ਸੋਚਦਾ ਹੈ ਕਿ ਮੈਂ ਦੀਨ ਹੋਇਆ ਹੁਣ ਨਿਮਾਣਾ। ਪਾਸ ਖਰੋਏ ਨਕੀਨਨ ਚੀਨ। ਫਿਰ ਵੀ ਪਰ ਮੈਂ ਬਾਦਸ਼ਾਹ ਤਾਂ ਰਿਹਾ ਨਾ, ਕੋਲ ਖੜਿਆ ਨੇ ਵੀ ਕੋਈ ਇਹਨਾਂ ਨੇ ਮੈਨੂੰ ਕੀਨਨ ਚੀਨ ਦਾ ਭਾਵ ਹੈ ਜਾਣਨਾ। ਮੈਨੂੰ ਜਾਣਿਆ ਹੀ ਨਹੀਂ ਹੈ ਕਿ ਮੈਂ ਕੋਲ ਖੜਾ ਹਾਂ। ਉਚਿਤ ਮਾਰ ਬੇਰ ਦੇ ਵਿਚਾਰਾ। ਕਿਉਂ ਹਿਰਦੇ ਵਿੱਚ ਕ੍ਰੋਧ ਦੇ ਸਮੇਂ ਜਦੋਂ ਕ੍ਰੋਧ ਆ ਜਾਂਦਾ ਹੈ ਤੇ ਬੰਦਾ ਕਹਿੰਦਾ ਮਾਰ ਦਿਆਂ ਮੈਂ ਉਸ ਨੂੰ। ਤੇ ਜਿਹੜਾ ਹੁਣ ਕੋਈ ਕਤਲ ਵਗੈਰਾ ਦੁਨੀਆ ਕਰ ਦਿੰਦੀ ਹੈ ਉਹ ਇੱਕ ਛਿਨ ਦਾ ਕ੍ਰੋਧ ਹੈ। ਜੇ ਉਸੇ ਸਮੇਂ ਕੋਈ ਮਾੜਾ ਜਿਹਾ ਰੋਕ ਦੇਵੇ ਉਹੀ ਚੀਜ਼ ਦਾ ਬਚਤ ਹੋ ਜਾਂਦੀ ਹੈ। ਉਹ ਕ੍ਰੋਧ ਐਸਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਲ ਹੈ। ਸੁਹਾਗਾ ਜਿਵੇਂ ਸੋਨੇ ਨੂੰ ਢਾਲ ਦਿੰਦਾ, ਡਲੀ ਬਣਾ ਦਿੰਦਾ, ਪਾਣੀ ਬਣਾ ਦਿੰਦਾ ਨਾ, ਇਸੇ ਤਰ੍ਹਾਂ ਜਿਹੜੇ 2 ਵਿਕਾਰ ਹਨ ਕ੍ਰੋਧ ਔਰ ਜਿਹੜਾ ਕਾਮ ਹੈ, ਇਹ ਸਰੀਰ ਨੂੰ ਗੁਰਮੁਖੋਂ ਕਾਲ ਦਿੰਦੇ ਹਨ। ਤੇ ਕ੍ਰੋਧ ਵਿੱਚ ਮਨ ਵਿੱਚ ਇਹ ਆਇਆ ਉਚਿਤ ਮਾਰ ਬੇਰੇ ਦੇ ਮਨ 'ਚ ਵਿਚਾਰਿਆ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ। ਧਰਿਓ ਹਾਥ ਕਬਜੇ ਤਰਵਾਰਾ। ਤਾਂ ਤਲਵਾਰ ਦੇ ਮੁੱਠੇ ਤੇ ਹੱਥ ਧਰਿਆ ਹੈ। ਹੱਥੋਂ ਖੈਂਚ ਕਰ ਔਰ ਮੈਂ ਠਾਨੈ। ਤਿਉਂ ਖਿੱਚ ਕੇ ਫਿਰ ਇਹ ਹੱਥ ਜਿਹੜਾ ਹੈ ਤਲਵਾਰ ਹਿਰਦੇ ਵਿੱਚੋਂ ਜਾਣਦਾ ਹੈ। ਤਬ ਮੋਕੋ ਇਹੋ ਸ਼ਾਹ ਪਛਾਨੈ। ਇਹਨਾਂ ਨੂੰ ਹੱਥੋਂ ਖਿੱਚ ਕੇ ਤਲਵਾਰ ਮਾਰਾਂ ਮਨ 'ਚ ਠਾਣਦਾ। ਤਬ ਮੋਕੋ ਇਹੋ ਸ਼ਾਹ ਪਛਾਨੈ। ਇਹ ਫੇਰ ਮੈਨੂੰ ਪਛਾਣਨਗੇ ਕਿ ਬਾਦਸ਼ਾਹ ਹੈ। ਆਸਮਨ ਠਾਨ ਐਂਚ ਤਰਵਾਰਾ। ਇਹ ਮਨ ਵਿੱਚ ਠਾਣ ਕਰਕੇ ਤਲਵਾਰ ਖਿੱਚੀ ਹੈ। ਉਰਦ ਹੱਥ ਕਰ ਚਹਿਤ ਪ੍ਰਹਾਰਾ। ਤੇ ਜਦੋਂ ਹੱਥ ਉੱਚਾ ਕੀਤਾ ਪ੍ਰਹਾਰ ਕਰਨ ਦੇ ਵਾਸਤੇ, ਕਾਸ਼ਟ ਸਮ ਹੋਵਤ ਭੀ ਬਾਹੇ। ਜਿਹੜੀ ਬਾਹ ਹੈ ਨਾ ਉੱਥੇ ਜਿਵੇਂ ਲੱਕੜ ਆਕੜ ਜਾਂਦੀ ਹੈ ਨਾ, ਕਾਸ਼ਟ ਵਾਂਗੂ ਬਾਹ ਹੋ ਗਈ। ਉੱਪਰ ਹੀ ਉਵੇਂ ਤਲਵਾਰ ਫੜੀ ਤਾਹਾਂ ਨੂੰ ਇੱਕ ਖੜੀ ਰਹਿ ਗਈ। ਅਰਧ ਉਰਦ ਹੋਵਤ ਸੋ ਨਾਹੀ। ਜਿੱਥੇ ਹੈ ਇਧਰ ਉਧਰ ਭੂਰਾ ਵੀ ਨਹੀਂ ਹੁੰਦੀ ਹੈ। ਪੁਨ ਮੂਰਖ ਪਛਤਾਵਨ ਲਾਗਾ। ਫਿਰ ਮੂਰਖ ਹਮਾਊਂ ਜਿਹੜਾ ਹੈ ਪਛਤਾਉਣ ਲੱਗਿਆ। ਕਰਿਓ ਖੋਟ ਮੈਂ ਹੋ ਤੋ ਕੋ ਭਾਗਾ। ਕਿ ਮੈਂ ਤਾਂ ਬੜਾ ਮਾੜਾ ਕੰਮ ਕੀਤਾ, ਮਾੜੇ ਭਾਗਾਂ ਵਾਲਾ ਹੋ ਗਿਆ। ਆਇਆ ਸੀ ਮੈਂ ਮਹਾਰਾਜ ਤੋਂ ਬਖਸ਼ਿਸ਼ ਲੈਣ, ਇੱਥੇ ਮੈਂ ਕੀ ਕਰ ਰਿਹਾ ਹਾਂ। ਤਬ ਸ੍ਰੀ ਅੰਗਦ ਕਰ ਉਤ ਨੈਣ। ਉਦੋਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਉਹਦੇ ਵੱਲ ਨੂੰ ਨੇਤਰ ਕੀਤੇ। ਦੀਨਾ ਭਇਓ ਪਿਖ ਉਚਰੇ ਬੈਨ। ਤੇ ਉਸ ਨੂੰ ਦੀਨਤਾ ਜੀ ਵਿੱਚ ਹੋਏ ਨੂੰ, ਨਿਮਾਣਾ ਜਾ ਹੋਏ ਨੂੰ ਵੇਖ ਕੇ ਫਿਰ ਬਚਨ ਕਹੇ। ਸ਼ੇਰ ਸ਼ਾਹੇ ਸਿਉ ਕਛ ਨ ਬਸਾਇਓ। ਕਹਿਣ ਲੱਗੇ ਉਹ ਹਮਾਊਂ ਸ਼ੇਰ ਸ਼ਾਹ ਦੇ ਨਾਲ ਤੇਰਾ ਕੋਈ ਬਸ ਨਹੀਂ ਚੱਲਿਆ। ਖੜਗ ਹਤਨ ਮੁਝ ਪਰ ਚੱਲ ਆਇਓ। ਜਿੱਥੇ ਤਲਵਾਰ ਚੱਲਣੀ ਸੀ ਉੱਥੇ ਚੱਲੀ ਨਹੀਂ ਹੈ, ਜਾਂ ਤਲਵਾਰ ਮੇਰੇ ਤੇ ਮਾਰਨ ਵਾਸਤੇ ਚੱਲ ਕੇ ਆ ਗਿਆ। ਕਾਇਰ ਭਇਓ ਭਾਜ ਕਰ ਆਵਾ। ਉਥੋਂ ਤਾਂ ਮੈਦਾਨੇ ਜੰਗ ਚੋਂ ਕੈਰ ਹੋ ਕੇ ਭੱਜ ਕੇ ਦਿੱਲੀ ਛੱਡ ਕੇ ਆ ਗਿਆ। ਹਮ ਹੈ ਸੂਰਤਾ ਚਹਿਤ ਦਿਖਾਵਾ।
ਆ ਸੂਰਮਗਤੀ ਸਾਨੂੰ ਦਿਖਾਉਣੀ ਚਾਹੁੰਦਾ, ਜਿੱਥੇ ਦਿਖਾਉਣੀ ਸੀ ਉੱਥੇ ਦਿਖਾਈ ਨਹੀਂ ਹੈ। ਇੱਥੇ ਆ ਕੇ ਤੂੰ ਸਾਨੂੰ ਸੂਰਮਤਾ ਦਿਖਾਉਣਾ ਹੈ। ਤਬ ਹਮਾਊ ਬਹੁ ਬੇਨਤੀ ਠਾਨੀ, ਤਦ ਹਮਾਊ ਬਾਦਸ਼ਾਹ ਨੇ ਬੜੀਆਂ ਬੇਨਤੀਆਂ ਕੀਤੀਆਂ। ਛਿਮਹੁ ਗੁਰੂ ਮੈਂ ਬੜ ਅਣਜਾਨੀ, ਇਹ ਗੁਰੂ ਪਾਤਸ਼ਾਹ ਜੀ ਖਿਮਾ ਕਰ ਦਿਓ, ਮੈਂ ਬਹੁਤ ਵੱਡਾ ਅਣਜਾਣ ਹਾਂ। ਸ੍ਰੀ ਨਾਨਕ ਸੇ ਜਾਤ ਖੁਦਾਏ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਖੁਦਾ ਦੀ ਜਾਤ ਪਰਮੇਸ਼ਰ ਰੂਪ ਸਨ। ਤਿਨ ਕੀ ਬਖਸ਼ਿਸ਼ ਹੋਤ ਬਿਲਾਏ, ਤੇ ਉਹਨਾਂ ਦੀ ਦੇਖੋ ਸਾਡੇ ਤੇ ਬਖਸ਼ਿਸ਼ ਹੋਈ ਸੀ, ਉਹ ਹੋਤ ਬਿਲਾਏ, ਉਹ ਹੁਣ ਦੂਰ ਹੋ ਗਈ ਹੈ। ਇਹ ਕਿਆ ਕਾਰਨ ਬੂਝਣ ਆਵਾ, ਮਹਾਰਾਜ ਮੈਂ ਆਇਆ ਤਾਂ ਇਹੀ ਪੁੱਛਣ ਸੀ ਵੀ ਇਹ ਕੀ ਕਾਰਨ ਹੋਇਆ ਹੈ। ਤੁਮ ਮੈਂ ਉਨ ਮਹਿ ਭੇਦ ਨ ਪਾਵਾ, ਤੁਹਾਡੇ ਵਿੱਚ ਤੇ ਉਹਨਾਂ ਵਿੱਚ ਮੈਂ ਕੋਈ ਭੇਦ ਨਹੀਂ ਜਾਣਿਆ ਹੈ। ਸ੍ਰੀ ਅੰਗਦ ਸੁਨ ਕੈ ਕਹਿ ਬਾਣੀ, ਸ੍ਰੀ ਗੁਰੂ ਅੰਗਦ ਦੇ ਮਹਾਰਾਜ ਉਹਦੀ ਬੇਨਤੀ ਸੁਣ ਕੇ ਕਹਿਣ ਲੱਗੇ, ਕਛ ਅਪਰਾਧ ਕੀਨ ਤੁਮ ਜਾਨੀ, ਹਮਾਊ ਤੂੰ ਕੋਈ ਅਪਰਾਧ ਕੀਤਾ ਹੋਏ ਗੱਲ ਜਾਣ ਲੈ। ਜਾਂ ਤੇ ਭਇਓ ਤੋਹੇ ਤ੍ਰਿਸਕਾਰਾ, ਇਸ ਕਰਕੇ ਹਮਾਊ ਤੇਰਾ ਤ੍ਰਿਸਕਾਰ ਹੋਇਆ ਹੈ। ਤ੍ਰਿਸਕਾਰ ਦਾ ਭਾਵ ਹੈ ਨਿਰਾਦਰ ਹੋਣਾ, ਇਸ ਕਰਕੇ ਹੋਇਆ। ਅਬ ਜੇ ਧਰਤ ਨ ਕਰ ਤਰਵਾਰਾ, ਹਾਂ ਜੇ ਤੂੰ ਹੁਣ ਸਾਡੇ ਤੇ ਹੱਥ ਵਿੱਚ ਤਲਵਾਰ ਨਾ ਕੱਢਦਾ ਸਾਡੇ ਤੈਨੂੰ ਵਾਰ ਕਰਨ ਲਈ, ਤੋ ਪਤ ਸ਼ਾਹਿਤ ਅਬ ਹੀ ਪਾਵਤ, ਤਾਂ ਤੂੰ ਹੁਣੇ ਹੀ ਬਾਦਸ਼ਾਹੀ ਪਾ ਲੈਣੀ ਸੀ। ਇਤ ਆਵਨ ਫਲ ਆਨੰਦ ਵਧਾਵਤ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਵੱਲ ਨੂੰ ਜਿਹੜਾ ਆਉਣਾ ਹੈ ਨਾ ਚੱਲ ਕੇ, ਗੁਰਮੁਖੋ ਇਹਦਾ ਫਲ ਬਹੁਤ ਵੱਡਾ ਹੈ। ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਚੱਲ ਕੇ ਆਉਨੇ ਆ, ਇੱਥੇ ਤਾਂ ਕੋਈ ਇੱਧਰ ਨੂੰ ਚੱਲ ਕੇ ਹੀ ਆ ਜੇ ਮਹਾਰਾਜ ਦੇ ਦਰ ਤੇ ਉਹਦਾ ਕਿੱਡਾ ਵੱਡਾ ਫਲ ਹੈ। ਫਿਰ ਨਮਸਕਾਰ ਕਰਨੀ ਮਹਾਰਾਜ ਨੂੰ, ਇਹ ਕਿੱਡਾ ਫਲ ਹੈ। ਉਹ ਤਾਂ ਇਹਦੇ ਕੋਈ ਅਨੁਮਾਨ ਵੀ ਨਹੀਂ ਲਾਏ ਜਾ ਸਕਦੇ। ਮਹਾਰਾਜ ਕਹਿੰਦੇ ਇਤ ਆਵਨ ਫਲ ਆਨੰਦ ਵਧਾਵਤ, ਇੱਧਰ ਨੂੰ ਆਉਣ ਦਾ ਜਿਹੜਾ ਫਲ ਹੈ ਨਾ, ਇਹ ਆਨੰਦ ਵਧਾਵਤ ਬਹੁਤ ਵੱਧਦਾ ਹੈ। ਜਾਏ ਵਲਾਇਤ ਅਬ ਫਿਰ ਆਵੋ, ਹੁਣ ਮਹਾਰਾਜ ਕਹਿੰਦੇ ਵੀ ਜੇ ਤੂੰ ਤਲਵਾਰ ਨਾ ਕੱਢਦਾ ਤੇ ਹੁਣੇ ਹੀ ਬਾਦਸ਼ਾਹੀ ਦਵਾ ਦੇਣੀ ਸੀ। ਹੁਣ ਤੂੰ ਵਲਾਇਤ ਨੂੰ ਚਲਿਆ ਜਾ, ਤੇ ਵਲਾਇਤ ਜਾ ਕੇ ਇਸ ਕਰ ਫਿਰ ਤੂੰ ਵਾਪਸ ਆਈ। ਜਦੋਂ ਆਪਣੇ ਕਾਬਲ ਕੰਧਾਰ ਵੱਲ ਜਾ ਕੇ ਫੇਰ ਵਾਪਸ ਜਦੋਂ ਆਵੇਂਗਾ, ਛਤਰ ਤਖਤ ਦਿੱਲੀ ਪੁਨ ਪਾਵ, ਫੇਰ ਤੂੰ ਦਿੱਲੀ ਦਾ ਤਖਤ ਤੇ ਛਤਰ ਪ੍ਰਾਪਤ ਕਰ ਲਵੇਂਗਾ। ਸੁਨ ਐਮ ਗਇਓ ਵਲਾਇਤ ਥਾਨ, ਫੇਰ ਇਹ ਆਪਣੇ ਸਥਾਨ ਵਲਾਇਤ ਨੂੰ ਚਲਿਆ ਗਿਆ। ਤਹ ਤੇ ਲਸ਼ਕਰ ਲੀਨ ਮਹਾਨ, ਉਥੋਂ ਬਹੁਤ ਵੱਡੀ ਇਹਨੇ ਫੌਜ ਇਕੱਠੀ ਕੀਤੀ। ਹਿੰਦੁਸਤਾਨ ਕਰੀ ਸਾਰੇ ਆਏ, ਤੇ ਹਿੰਦੁਸਤਾਨ ਨੂੰ ਆ ਕੇ ਸਰ ਕਰ ਲਿਆ ਹੈ। ਭਰਾਤਾ ਦੋਨੋਂ ਪਕੜ ਮੰਗਾਏ, ਤੇ ਦੋਵੇਂ ਭਰਾ ਜਿਹੜੇ ਫਿਰ ਇਹ ਪਠਾਨ ਸੀ ਗ੍ਰਿਫਤਾਰ ਕਰ ਲਏ ਹਨ। ਦੋਹਰਾ ਅਬ ਸ੍ਰੀ ਗੁਰੂ ਅੰਗਦ ਨਿਕਟ, ਸਿੱਖ ਭਏ ਜੋ ਆਏ। ਹੁਣ ਇਹ ਤੇ ਸੀ ਹਮਾਊਂ ਬਾਦਸ਼ਾਹ ਦਾ ਪ੍ਰਸੰਗ। ਕਹਿੰਦੇ ਭਾਈ ਹੁਣ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦੇ ਕੋਲ ਜਿਹੜੇ ਫਿਰ ਪ੍ਰਮੁੱਖ ਕੁਝ ਸਿੱਖ ਆਏ, ਥੋੜਿਆਂ ਦੇ ਨਾਮ ਹੀ ਭਾਵੇਂ ਦੱਸੇ ਐ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜਾ ਹੈ ਉਹ ਵੀ ਪ੍ਰਮੁੱਖ ਸਿੱਖਾਂ ਦੇ ਨਾਮ 6ਵੇਂ ਪਾਤਸ਼ਾਹ ਤੱਕ ਜਿਹੜੇ ਉਹ ਭਾਈ ਗੁਰਦਾਸ ਜੀਆਂ ਨੇ ਲਿਖੇ ਹਨ। ਤੇ ਕਹਿੰਦੇ ਸੰਤ ਰੇਣ ਜੀ ਹੁਣ ਭਾਈ ਜਿਹੜੀ ਅੱਗੇ ਕਥਾ ਹੈ ਉਹ ਜਿਹੜੇ ਫਿਰ ਨਿਕਟ ਹੀ ਸਿੱਖ ਸਨ ਜੋ ਆਏ। ਕਹੋ ਕਥਾ ਨਿਰਧਾਰ ਕਰ, ਸੁਨਹੁ ਸੰਤ ਚਿਤ ਲਾਏ। ਉਹ ਭਾਈ ਕਥਾ ਨਿਰਧਾਰਤ ਕਰਕੇ ਭਾਵ ਤੁਹਾਨੂੰ ਕਹਿ ਰਹੇ ਆ
ਸਰੋਤੇ ਐ ਸੰਤ ਜਨੋ ਚਿਤ ਲਾ ਕਰਕੇ ਸਰਵਣ ਕਰੋ ਜੀ। ਚੌਪਈ ਸੇਵ ਕਰਹਿ ਪਾਸ ਇੱਕ ਜੀਵਾ। ਇੱਕ ਭਾਈ ਗੁਰੂ ਸਾਹਿਬ ਜੀ ਦੇ ਕੋਲੇ ਸੇਵਕ ਰਹਿੰਦਾ ਸੀ, ਜਿਹਦਾ ਨਾਮ ਸੀ ਭਾਈ ਜੀਵਾ। ਸੇਵਹਿ ਸ਼ਰਧਾ ਧਰੇ ਸਦੀਵਾ। ਤੇ ਉਹ ਬਹੁਤ ਸ਼ਰਧਾ ਦਾ ਧਾਰ ਕੇ ਮਹਾਰਾਜ ਦੀ ਹਮੇਸ਼ਾ ਸੇਵਾ ਕਰਦਾ ਹੈ। ਦਦ ਸੋ ਖਿਚੜੀ ਕਰਕੇ ਤਿਆਰ। ਉਹ ਭਾਈ ਦਹੀਂ ਦੇ ਨਾਲ ਖਿਚੜੀ ਤਿਆਰ ਕਰਕੇ ਲਿਆਏ ਅਚਾਵਤ ਰੁਚਰ ਆਹਾਰ। ਉਹ ਸੋਹਣਾ ਸੁੰਦਰੇ ਭੋਜਨ ਲਿਆ ਕੇ ਮਹਾਰਾਜ ਨੂੰ ਭਾਈ ਜੀਵਾ ਜਿਹੜਾ ਹੈ ਉਹ ਛਕਾਉਂਦਾ ਹੁੰਦਾ ਸੀ। ਇੱਕ ਦਿਨ ਘਟੀ 4 ਦਿਨ ਰਹਿਓ। ਇੱਕ ਦਿਨ ਲੇਟ ਹੋਇਆ, 4 ਘੜੀਆਂ ਹੀ ਦਿਨ ਜਿਹੜਾ ਬਾਕੀ ਰਹਿ ਗਿਆ। ਗੁਰ ਸੋ ਹਾਥ ਜੋਰ ਬਚ ਕਹਿਓ। ਗੁਰੂ ਸਾਹਿਬ ਜੀ ਨੂੰ ਹੱਥ ਜੋੜ ਕੇ ਉਹ ਬੇਨਤੀ ਕੀਤੀ, ਆਜ ਚਲਤ ਹੈ ਬਹੁਤ ਅੰਧੇਰੀ। ਕਿਉਂ ਜਦੋਂ ਤੁਰਨ ਲੱਗਿਆ ਨਾ, ਪਹਿਲਾਂ ਤਾਂ ਡੀਕੀ ਗਿਆ, ਹਨੇਰੀ ਚੱਲਦੀ ਸੀ, ਹੁਣ ਹਟੂ ਹੁਣ ਹਟੂ। ਜਦੋਂ 4 ਘੜੀਆਂ ਦਿਨ ਰਹਿ ਗਿਆ, ਗੁਰੂ ਮਹਾਰਾਜ ਨੂੰ ਯਾਦ ਕਰਕੇ ਹੱਥ ਜੋੜ ਕੇ ਉਹ ਬਚਨ ਕਹਿਆ, ਆਜ ਚਲਤ ਹੈ ਬਹੁਤ ਅੰਧੇਰੀ। ਕਿ ਅੱਜ ਤਾਂ ਹਨੇਰੀ ਬਹੁਤ ਚੱਲਦੀ ਹੈ। ਹਟੈ ਨਹੀਂ ਨਿਰਨੈ ਕਰ ਹੇਰੀ। ਮੈਂ ਤਾਂ ਇਹ ਨਿਰਣਾ ਕਰਕੇ ਵੇਖ ਲਿਆ ਵੀ ਇਹ ਨਹੀਂ ਹਟਦੀ ਹੈ। ਬਾਕ ਆਪ ਕੋ ਹੋਵੈ ਜਬੈ। ਜਦੋਂ ਮਹਾਰਾਜ ਜੀ ਤੁਹਾਡਾ ਬਚਨ ਹੋ ਜਾਵੇ, ਮਿਟਹਿ ਅੰਧੇਰੀ ਰਜ ਸੋ ਸਭੈ। ਤਾਂ ਜਿਹੜੀ ਹੈ ਧੂੜ ਸਮੇਤ ਜਿਹੜੀ ਹਨੇਰੀ ਚੱਲਦੀ ਹੈ ਹਟ ਜਾਵੇ। ਕਰ ਲੇਵੋ ਮੈਂ ਤੁਰਤ ਆਹਾਰ। ਤਾਂ ਮੈਂ ਤੁਰੰਤ ਜਿਹੜਾ ਹੈ ਭੋਜਨ ਤਿਆਰ ਕਰ ਲਵਾਂ। ਗੁਰੂ ਸਾਹਿਬ ਮਹਾਰਾਜ ਨੂੰ ਬੇਨਤੀ ਇਉਂ ਕਰਦਾ, ਮਹਾਰਾਜ ਹਟ ਹੀ ਜਾਵੇ ਇਹ, ਫੇਰ ਹੀ ਤੁਰੰਤ ਆਹਾਰ ਜਿਹੜਾ ਹੈ ਉਹ ਤਿਆਰ ਕਰ ਲਵਾਂ। ਤੁਮਹਿ ਅਚਾਵੋ ਭਲੀ ਪ੍ਰਕਾਰ। ਜੋ ਭਾਈ ਸੰਤੋਖ ਸਿੰਘ ਜੀ ਨੇ ਤਾਂ ਇਸ ਤਰ੍ਹਾਂ ਲਿਖਿਆ ਵੀ ਉਹ ਘਰੋਂ ਚੱਲਣ ਲੱਗਿਆ ਸੀ, ਇਉਂ ਬੇਨਤੀ ਕੀਤੀ ਹੈ। ਤੇ ਮਹਾਰਾਜ ਫੇਰ ਹੀ ਇਹ ਬੇਨਤੀ ਰੂਪ ਹੀ ਕਹਿ ਰਿਹਾ, ਫੇਰ ਤੁਹਾਨੂੰ ਭਲੀ ਪ੍ਰਕਾਰ ਇਹ ਭੋਜਨ ਜਿਹੜਾ ਹੈ ਦਹੀਂ ਖਿਚੜੀ ਛਕਾ ਦੇਵਾਂ। ਬਾਹਰੋਂ ਚੱਲੇ ਜਥਾ ਅਬ ਹੈ। ਜਦੋਂ ਛਕਾ ਦਿਆਂ ਫੇਰ ਚੱਲ ਪਵੇ ਜਿਵੇਂ ਹੁਣ ਚੱਲਦੀ ਹੈ। ਸ੍ਰੀ ਅੰਗਦ ਸੁਨ ਤਿਸ ਤੇ ਕਹੈ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣ ਕੇ ਉਸ ਨੂੰ ਕਹਿਣ ਲੱਗੇ, ਐਸੋ ਨਹੀਂ ਮਨੋਰਥ ਕਰੀਐ। ਭਾਈ ਜੀਵਾ, ਇਸ ਤਰ੍ਹਾਂ ਦਾ ਭਾਈ ਮਨੋਰਥ ਨਹੀਂ ਕਰੀਦਾ, ਇਸ ਤਰ੍ਹਾਂ ਦੀ ਇੱਛਾ ਨਹੀਂ ਕਰੀਦੀ। ਜਿਸ ਤੇ ਮਹਾ ਦੋਸ਼ ਸਿਰ ਧਰੀਐ। ਜਿਹੜੇ ਮਨੋਰਥ ਇੱਛਾ ਕਰਨ ਦੇ ਨਾਲ ਵੱਡਾ ਦੋਸ਼ ਸਿਰ ਤੇ ਧਰਿਆ ਜਾਵੇ। ਪਰਮੇਸ਼ਰ ਜੋ ਬਾਊ ਬਹਾਈ। ਦੇਖ ਵਾਹਿਗੁਰੂ ਜੀ ਨੇ ਜਿਹੜੀ ਇਹ ਹਨੇਰੀ ਚਲਾਈ ਹੈ, ਇਸ ਤੇ ਬਹੁ ਕਾਰਜ ਨਿਭਾਈ। ਇਹਦੇ ਨਾਲ ਕਹਿੰਦੇ ਬਹੁਤ ਕਾਰਜ ਉਹਨੇ ਵੀ ਨਿਭਾਉਣੇ ਆ। ਕਈ ਵੇਰੇ ਆਉਂਦਾ ਆਪਾਂ ਗੁਰਮੁਖੋ ਹਰ ਗੱਲ ਜਿਹੜੀ ਹੈ ਉਹ ਆਪਾਂ ਸੋਚਦੇ ਆ ਮਾੜਾ ਹੁੰਦਾ, ਬਹੁਤ ਕੁਝ ਚੰਗੇ ਨੂੰ ਹੁੰਦਾ। ਇਸ ਤਰ੍ਹਾਂ ਇੱਕ ਕਾਫੀ ਸਮਾਂ ਪਹਿਲਾਂ ਜਿਹਦੇ ਤੇ ਹੁਣ ਤੱਕ ਖੋਜ ਚੱਲੀ ਜਾਂਦੀ ਹੈ, ਵਿਗਿਆਨੀ ਆ ਥੋੜੇ ਦਿਨ ਪਹਿਲਾਂ 4-5 ਅਰਬਪਤੀ ਦੁਨੀਆ ਦੇ ਉਹ ਪਣਡੁੱਬੀ ਲੈ ਕੇ ਗਏ। ਤੇ ਜਿਹੜਾ ਟਾਈਟੈਨਿਕ ਇਸ ਤਰ੍ਹਾਂ ਦਾ ਕੋਈ ਜਹਾਜ਼ ਸੀ ਪਹਿਲਾਂ ਤੋਂ, ਜਿਹੜੇ ਹੁਣ ਨਵੇਂ ਵਿਦਿਆਰਥੀ ਇਹਨਾਂ ਨੂੰ ਤਾਂ ਪਤਾ ਹੈ ਵੀ ਉਹ ਪਹਿਲੇ ਦਿਨ ਹੀ ਡੁੱਬ ਗਿਆ ਸੀ। ਉਹਦੇ ਵਿੱਚ ਸੈਂਕੜੇ ਲੋਕ ਜਿਹੜੇ ਮਾਰੇ ਗਏ ਤੇ ਉਹ ਥੱਲੇ ਚਲਿਆ ਗਿਆ ਤਹਿ ਤੇ। ਹੁਣ ਤੱਕ ਬੜੀਆਂ ਖੋਜਾਂ ਉਹਦੇ ਤੇ ਹੁੰਦੀਆਂ ਕਿ ਉਹ ਕਿਵੇਂ ਉੱਥੋਂ ਕੁਝ ਲਿਆਈਏ। ਬਹੁਤ ਉਹਨੂੰ ਕੱਢਣ ਦੀਆਂ ਕੋਸ਼ਿਸ਼ਾਂ ਹੋਈਆਂ ਤੇ ਬਹੁਤ ਲੋਕ, ਕਿਉਂਕਿ ਉਹ ਸਪੈਸ਼ਲ ਜਹਾਜ਼ ਤਿਆਰ ਕੀਤਾ ਸੀ, ਬੜੀ ਮਹਿੰਗੀ ਉਹਦੀ ਟਿਕਟ ਸੀ ਦੁਨੀਆ ਦੇ ਸੈਰ ਕਰਨ ਵਾਸਤੇ, ਕਿ ਹਰੇਕ ਨੂੰ ਇਹ ਸੀ ਮੈਂ ਇਸ ਇਤਿਹਾਸ ਦਾ ਜਿਹੜਾ ਹੈ ਪਾਤਰ ਬਣ ਜਾਵੇ। ਪਹਿਲੇ ਦਿਨ ਮੈਂ ਇਹਦੇ ਵਿੱਚ ਸੈਰ ਕੀਤੀ, ਪਰ ਉਹ ਬਰਫ਼ ਦਾ ਕੋਈ ਬਹੁਤ ਵੱਡਾ ਗਲੇਸ਼ੀਅਰ ਸੀ। ਹੁਣ ਬਰਫ਼ ਦੇ ਇਹੋ ਜਿਹੇ ਸਮੁੰਦਰ ਦੇ ਵਿੱਚ ਨੇ ਉਹ ਜਿੰਨੇ
ਗੁਣਾ ਉੱਪਰ ਨੂੰ, ਉਦੋਂ 10 ਗੁਣਾ ਹੇਠਾਂ ਨੂੰ ਹੁੰਦੇ ਆ। ਉਹਦੇ ਵਿੱਚ ਟਕਰਾ ਗਿਆ। ਇਹੋ ਜਿਹੇ ਹਾਲਾਤ ਹੋਏ ਕਿ ਉਹ ਡੁੱਬ ਗਿਆ। ਇਹਦੀ ਬੜੀ ਉਹਦੇ ਤੇ ਫਿਲਮਾਂ ਬਣੀਆਂ, ਨਾਟਕ ਬਣੇ ਆ। ਤੇ ਉਹ ਕਹਾਣੀ ਮੈਂ ਅੱਜ ਪੜ੍ਹਦਾ ਹੀ, ਚਲੋ ਕਈ ਵਾਰ ਤਾਜੀ ਗੱਲ ਪੜ੍ਹੀ ਚੇਤੇ ਆ ਜਾਂਦੀ ਹੈ ਕਿ ਇੱਕ ਵਿਅਕਤੀ ਸੀ, ਉਹ ਚੰਗਾ ਅਮੀਰ ਸੀ ਤੇ ਉਸਨੇ ਉਹਦੇ 4 ਲੜਕੇ ਸੀ, 4 ਜਾਂ 5 ਕਿਹਾ ਸ਼ਾਇਦ, ਤੇ ਆਪ ਸੀ ਉਹਦੀ ਘਰਵਾਲੀ। ਤੇ ਉਹਨੇ ਸਾਰਿਆਂ ਦੀਆਂ ਟਿਕਟਾਂ ਲਈਆਂ। ਟਿਕਟਾਂ ਦੇ ਵਿੱਚ ਵੀ ਕੀ ਸੀ, ਜਿੰਨੀ ਪੂੰਜੀ ਸੀ ਸਾਰੀ ਲਾਤੀ ਵੀ ਆਪਾਂ ਇਸ ਜਹਾਜ਼ ਵਿੱਚ ਸੈਰ ਕਰਨੀ ਹੈ। ਕੁਦਰਤੀ ਜਦੋਂ ਜਾਣ ਦਾ ਸਮਾਂ ਸੀ, ਤੁਰਨਾ ਸੀ ਵੀ ਟਾਈਮ ਸਿਰ ਪਹੁੰਚੀਏ, ਤੇ ਉਹਨਾਂ ਦੇ ਘਰੇ ਕੁੱਤਾ ਰੱਖਿਆ ਹੋਇਆ ਸੀ। ਉਹਨੇ ਉਹਦੇ ਛੋਟੇ ਬੱਚੇ ਨੂੰ ਕੱਟ ਲਿਆ ਕੁੱਤੇ ਨੇ। ਤੇ ਉਹ ਫਿਰ ਜਦੋਂ ਹੋਇਆ, ਹੁਣ ਕੁਦਰਤੀ ਹੈ, ਜਿਹੜੀ ਮਾਂ ਹੈ ਉਹ ਕਹਿੰਦੀ ਵੀ ਦੇਖ ਹੁਣ ਇਹ ਨਹੀਂ ਜਾ ਸਕਦਾ ਤੇ ਮੈਂ ਤਾਂ ਫਿਰ ਰਹੂੰ ਇਹਦੇ ਨਾਲ, ਤੁਸੀਂ ਐਂ ਕਰ, ਤੂੰ ਬਾਕੀ ਜਵਾਕਾਂ ਨੂੰ ਚਾਹ ਨੂੰ ਲੈ ਕੇ ਚਲਿਆ ਜਾ। ਉਹ ਵਿਅਕਤੀ ਦੁਬਿਧਾ ਚ ਪੈ ਗਿਆ। ਪੁੱਤਰ ਮੋਹ ਸੀ, ਕੀ ਕਰਾਂ। ਤੇ ਜਦੋਂ ਮਾਂ ਨੇ ਕਹਿਤਾ ਵੀ ਮੈਂ ਨਹੀਂ ਇਹਨੂੰ ਛੱਡ ਕੇ ਜਾ ਸਕਦੀ, ਤੇ ਘਰੋਂ ਤੁਰਨ ਲੱਗਿਆ, ਫਿਰ ਵਾਪਸ ਆ ਗਿਆ। ਕਿਤੇ ਬਾਹਰ ਨਿਕਲੇ, ਕਿਤੇ ਅੰਦਰ ਆ ਜੇ ਜਿਹੜੇ ਬਾਕੀ ਬੱਚਿਆਂ ਨਾਲ। ਆਖਰ ਮਨ ਨੇ ਫੈਸਲਾ ਕਰ ਲਿਆ। ਬਹੁਤ ਉਹਨੇ ਕੁੱਤੇ ਨੂੰ ਮਾੜਾ ਚੰਗਾ ਵੀ ਕਿਹਾ, ਇੱਥੋਂ ਤੱਕ ਵੀ ਕੁੱਤੇ ਦੇ ਮਾਰਿਆ ਵੀ ਉਹਨੇ, ਕਿਉਂਕਿ ਉਹ ਸੀ ਸਾਡੀਆਂ ਤਾਸਾਂ ਤੇ ਪਾਣੀ ਫੇਰਤਾ ਤੂੰ। ਕਿੱਥੇ ਅਸੀਂ ਇਤਿਹਾਸ ਦਾ ਪਾਤਰ ਬਣਨਾ ਸੀ, ਕਿੱਥੇ ਹੁਣ ਇਸ ਬੱਚੇ ਨੂੰ ਕੱਟਣ ਕਰਕੇ ਪੁੱਤਰ ਜਿਹੜਾ ਹੈ ਉਹਦੇ ਮਨ 'ਚ ਵੀ ਮੋਹ ਆਇਆ। ਕਹਿੰਦਾ ਚਲੋ ਜੋ ਹੋਇਆ ਹੋਇਆ, ਹੁਣ ਪੈਸੇ ਤਾਂ ਗਏ, ਰਹਿਣ ਹੀ ਦਿੰਦੇ ਆ। ਤੇ ਉਹ ਰਹਿ ਪਏ, ਉਹ ਜਹਾਜ਼ ਡੁੱਬ ਗਿਆ। ਤੇ ਜਿਹੜਾ ਕੁੱਤੇ ਨੂੰ ਗਾਲਾਂ ਕੱਢਦਾ ਸੀ, ਮਾਰਦਾ ਸੀ, ਕਹਿੰਦੇ ਫਿਰ ਉਸ ਨੇ ਵਿਅਕਤੀ ਨੇ ਉਹ ਕੁੱਤੇ ਦਾ ਇੰਨਾ ਪ੍ਰੇਮ ਕੀਤਾ ਵੀ ਤੂੰ ਕੱਟਿਆ ਤੇ ਸਾਡੀਆਂ 6 ਜਾਨਾਂ 7 ਜਾਨਾਂ ਬਚ ਗਈਆਂ, ਜੇ ਨਾ ਕੱਢਦਾ ਸ਼ਾਇਦ ਅਸੀਂ ਸਾਰੇ, ਹੁਣ ਅਸੀਂ ਵੀ ਤਾਂ ਮਰਨਾ ਹੀ ਸੀ ਨਾਲ। ਇਸ ਕਰਕੇ ਫਿਰ ਉਹਨੇ ਗੱਲ ਇਹ ਕਹੀ ਵੀ ਹੈ, ਦੁਨੀਆ ਦੇ ਲੋਕੋ, ਜੋ ਕੁਝ ਹੁੰਦਾ ਹੈ ਪ੍ਰਮਾਤਮਾ ਕਰਦਾ ਤੇ ਉਹ ਚੰਗਾ ਹੀ ਕਰਦਾ ਹੈ, ਮਾੜਾ ਨਹੀਂ ਕਰਦਾ। ਪਰ ਆਪਾਂ ਨੂੰ ਲੱਗਦਾ ਹੈ ਕਿ ਆਹ ਹੈ ਮਾੜਾ ਹੋ ਗਿਆ, ਉਹ ਚੰਗੇ ਲਈ ਕਰਦਾ। ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪਰਮੇਸ਼ਰ ਜੋ ਬਾਊ ਬਹਾਈ, ਜੋ ਹੈ ਭਾਈ ਜੀਵਾ, ਵਾਹਿਗੁਰੂ ਪਰਮੇਸ਼ਰ ਨੇ ਹਨੇਰੀ ਚਲਾਈ ਹੈ, ਇਸ ਤੇ ਬਹੁ ਕਾਰਜ ਨਿਭਾਈ। ਇਹਦੇ ਨਾਲ ਵੀ ਪਰਮੇਸ਼ਰ ਨੇ ਬਹੁਤ ਕਾਰਜ ਨਿਭਾਉਣੇ ਹਨ। ਸਰਤਾ ਪਤ ਮਹਿ ਅਨਕ ਜਹਾਜਾ, ਤੇ ਜਾਣ ਲੈ ਸਰਤਾ ਪਤ। ਸਰਤਾ ਪਤ ਕਹਿੰਦੇ ਆ ਵੀ ਜਿਵੇਂ ਸਰਤਾ ਨਾਮ ਨਦੀਆਂ ਦਾ, ਪਤ ਨਾਮ ਪਤੀ। ਨਦੀਆਂ ਦਾ ਪਤੀ ਕੌਣ ਹੈ? ਸਮੁੰਦਰ। ਕਹਿੰਦੇ ਵੇਖ, ਨਦੀਆਂ ਦੇ ਪਤੀ ਸਮੁੰਦਰ ਦੇ ਵਿੱਚ ਅਨੇਕਾਂ ਜਹਾਜ਼ ਹਨ। ਨਰਨ ਹਜ਼ਾਰੋ ਲਾਦ ਸਮਾਜਾ, ਹਜ਼ਾਰਾਂ ਲੋਕ ਤੇ ਬਹੁਤ ਹੀ ਸਾਜੋ ਸਮਾਨ ਲੱਦਿਆ ਹੈ। ਬਹੁ ਵਿਵਹਾਰ ਕਰਹਿ ਹਿਤ ਰੋਜੀ। ਉਹਨਾਂ ਸਮਿਆਂ ਵਿੱਚ ਜਿਹੜੇ ਜਹਾਜ਼ ਹੁੰਦੇ ਸੀ ਨਾ, ਉਹ ਹਵਾ ਦੇ ਹਿਸਾਬ ਨਾਲ ਹੀ ਇੱਧਰ ਉੱਧਰ ਨੂੰ ਚੱਲਦੇ ਹੁੰਦੇ ਸੀ। ਕਈ ਵਾਰ ਤਾਂ ਸਮੁੰਦਰ ਵਿੱਚ ਕਿੰਨੇ ਦਿਨ ਡੀਕਦੇ ਰਹਿਣਾ ਉਹਨਾਂ ਨੇ ਕਿ ਇੱਧਰਲੇ ਪੱਖ ਦੀ ਹਵਾ ਚੱਲੇ। ਤੁਸੀਂ ਕਦੇ ਦੇਖੇ ਹੋਣਾ, ਬਹੁਤ ਉੱਚੇ ਉੱਚੇ ਪਰਦੇ ਲਾਏ ਹੁੰਦੇ ਸੀਗੇ ਤਾਹਾਂ, ਉਹਨਾਂ ਨੂੰ ਫਿਰ ਘੁਮਾ ਕੇ ਉਸ ਤਰ੍ਹਾਂ ਕਰਦੇ ਸੀ ਤੇ ਉਹਦੇ ਹਿਸਾਬ ਨਾਲ ਸਮੁੰਦਰੀ ਬੇੜੇ ਜਿਹੜੇ ਆ ਉਹ ਚੱਲਦੇ ਹੁੰਦੇ ਸੀ ਹਵਾ ਦੇ ਕਰਕੇ ਹੀ। ਤੇ ਉਹ ਮਹਾਰਾਜ ਕਹਿੰਦੇ ਬਹੁ ਵਿਵਹਾਰ ਕਰਹਿ ਹਿਤ ਰੋਜੀ। ਦੇਖ, ਉਹਨਾਂ ਨੇ ਵੀ ਬੱਚੇ ਪਾਲਣੇ। ਬਹੁਤ ਦੁਨੀਆ ਜਹਾਜ਼ਾਂ ਰਾਹੀਂ ਵਪਾਰ ਵਿਵਹਾਰ ਕਰਦੀ ਹੈ ਆਪਣੀ ਰੋਜੀ ਦੇ ਵਾਸਤੇ। ਦੀਪਨ ਗਮਨਹਿ ਲਾਹੁ ਸੋ ਖੋਜੀ। ਦੇਖੋ, ਦੀਪਾਂ ਦੇ ਵਿੱਚ ਉਹਨਾਂ ਨੇ ਗਮਨ ਕਰਨਾ ਹੈ ਲਾਭ ਖੋਜਣ ਦੇ ਵਾਸਤੇ। ਬਹੁਤ ਦਿਵਸ ਕੇ ਟਿਕ ਸੋ ਰਹੇ। ਭਾਈ ਜੀਵਿਆ ਬਹੁਤ ਦਿਨਾਂ ਦੇ ਉਹ ਟਿਕੇ ਬੈਠੇ ਸਨ। ਅਬ ਚਲਾਏ ਬਾਊ ਇਹੋ ਲਹੇ। ਹੁਣ ਹਵਾ ਚੱਲੀ ਹੈ ਹਨੇਰੀ, ਤਾਂ ਉਹ ਜਿਹੜੇ ਹਨ ਵੀ ਹੁਣ ਵੀ ਹਵਾ ਚੱਲੇ, ਹੁਣ ਵੀ ਚੱਲੇ, ਅਸੀਂ ਲਾਹੇ ਪ੍ਰਾਪਤ ਕਰੀਏ, ਮੰਜ਼ਿਲਾਂ ਤੇ ਪਹੁੰਚ ਕਰ। ਹਿਤ ਆਹਾਰ ਕੇ ਕਰਹਿ ਕਮਾਈ। ਤੇ ਆਹਾਰ ਦੇ ਵਾਸਤੇ, ਰੋਜੀ ਰੋਟੀ ਵਾਸਤੇ
ਅਸੀਂ ਕਮਾਈ ਕਰੀਏ। ਤਿਸ ਮਿਸ ਦੇਤ ਤਿਨਹੁ ਜਗ ਰਾਈ। ਤੇ ਤਿਸ ਮਿਸ ਦੇਤ, ਮਿਸ ਨਾਮ ਹੈ ਬਹਾਨਾ। ਦੇਖ ਇਸ ਬਹਾਨੇ ਜਿਹੜਾ ਹੈ ਜਗਤ ਮਾਲਕ ਉਹਨਾਂ ਨੂੰ ਰੋਜੀ ਦਿੰਦਾ। ਵਾਹਿਗੁਰੂ ਇਉਂ ਜਿਹੜਾ ਹੈ ਜਗ੍ਹਾ ਜਗ੍ਹਾ ਤੇ ਸਾਰਿਆਂ ਨੂੰ ਧਰਤੀ ਜਹਾਂ ਤਾਂਬਰ ਕੀ ਹੈ। ਫਿਰ ਭਾਈ ਜੀਵੇ ਬਹੁਤ ਧਰਤੀਆਂ ਇਹੋ ਜਿਹੀਆਂ ਨੇ ਜਿਹੜੀਆਂ ਤਾਂਬੇ ਦੀਆਂ ਧਰਤੀਆਂ, ਜਿੱਥੇ ਭਾਵ ਸਖਤ ਹੈ ਤੇ ਤਸਕਰ ਜੋ ਨਾਮ ਨਾ ਲੇਵੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਚਨ ਆਉਂਦਾ ਹੈ, ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਨਾ ਲੈਂਦੇ ਉਹ ਗੁਰਮੁਖੋ ਰੱਬ ਦੇ ਚੋਰ ਹੈ। ਤੇ ਫਿਰ ਉਹ ਬਸ ਹੈ ਕੋਟ 85। ਉਹਨਾਂ ਨੂੰ ਉਸ ਤਰ੍ਹਾਂ ਦੇ ਜੀਵ ਬਣਾ ਕੇ ਧਰਤੀ ਦਾ ਜਿਹੜਾ 50ਵਾਂ ਕੋਟ ਹਿੱਸਾ ਹੈ ਉੱਥੇ ਭੇਜ ਦਿੰਦਾ, ਜਿੱਥੇ ਪੱਥਰ ਨੇ ਸਖਤ, ਹੋਰ ਕੋਈ ਨਾ ਬਨਸਪਤੀ ਨਾ ਕੁਝ ਹੋਰ, ਇਹੋ ਜਿਹੇ ਪਹਾੜ ਨੇ, ਤਾਂਬਰ ਪਹਾੜ, ਇਹੋ ਜਿਹੀ ਧਰਤੀ ਹੈ ਤੇ ਮਿੱਟੀ ਵੀ ਹੈ ਨਹੀਂ। ਫਿਰ ਪਰਮੇਸ਼ਰ ਦੇਖੋ, ਚਾਹੇ ਉਹਨਾਂ ਨੇ ਨਾਮ ਨਹੀਂ ਲਿਆ, ਉਹਨਾਂ ਨੂੰ ਜੂਨੀ ਉਹੇ ਜਿਹੀ ਦੇਤੀ ਸੱਪ ਇਤਿਆਦਿਕ ਦੀ, ਉਹੇ ਜਿਹੀ ਧਰਤੀ ਤੇ ਭੇਜਤੀ ਜਿੱਥੇ ਕੁਝ ਨਹੀਂ ਹੈ। ਰੱਬ ਨੂੰ ਫਿਰ ਵੀ ਉਹਨਾਂ ਦੀ ਰੋਜੀ ਦਾ ਫਿਕਰ ਹੈ। ਇਹ ਪੈਦਾ ਤਾਂ ਮੈਂ ਕੀਤੇ ਹੈ ਨਾ, ਇਹ ਵੱਖਰੀ ਗੱਲ ਹੈ। ਉਹ ਆਪਦਾ ਕਰਮ ਦਾ ਦੁੱਖ ਭੋਗਦੇ ਹੈ। ਉਹਨਾਂ ਨੇ ਜਿਹੜਾ ਵਾਹਿਗੁਰੂ ਦਾ ਨਾਮ ਨਹੀਂ ਲਿਆ, ਪਰਮੇਸ਼ਰ ਨੇ ਉਹਨਾਂ ਨੂੰ ਉਸ ਦੀ ਸਜ਼ਾ ਦੇਤੀ। ਭੇਜਿਆ ਸੀ ਤੈਨੂੰ ਨਾਮ ਜਪਣ ਲਈ, ਤੂੰ ਜਪਿਆ ਨਹੀਂ ਹੈ, ਮੇਰੇ ਵਿੱਚ ਲੀਨ ਹੋਣਾ ਸੀ, ਹੁਣ ਆ ਜੂਨੀਆਂ ਪਾ। ਪਰ ਦਿੱਤੀਆਂ ਤਾਂ ਉਹ ਜੂਨੀਆਂ ਵੀ ਵਾਹਿਗੁਰੂ ਨਹੀਂ ਹੈ ਨਾ। ਕਿੱਡਾ ਉਹਨੂੰ ਫਿਕਰ ਹੈ ਰੋਜੀ ਦਾ, ਕਿ ਉਹਨਾਂ ਦੀ ਰੋਜੀ ਪਰਮਾਤਮਾ ਗੁਰਮੁਖੋ ਇਹਨਾਂ ਹਨੇਰੀਆਂ ਆਦਿਕ ਦੇ ਵਿੱਚ ਦੀ ਮਿੱਟੀ ਉਡਾ ਕਰਕੇ ਸਾਰੀ ਉੱਥੇ ਪਹੁੰਚਾਉਂਦਾ ਹੈ। ਤੇ ਮਹਾਰਾਜ ਕਹਿਣ ਲੱਗੇ, ਭਾਈ ਜੀਵਾ ਤਿਸ ਮਿਸ ਦੇਤ ਤਿਨਹੁ ਜਗ ਰਾਈ। ਇਸ ਬਹਾਨੇ ਜਗਤ ਪ੍ਰਕਾਸ਼ ਕਰਨ, ਜਗਤ ਦਾ ਪ੍ਰਕਾਸ਼ ਕਰਤਾ ਪਰਮੇਸ਼ਰ ਰੋਜੀ ਦਿੰਦਾ ਹੈ। ਧਰਤੀ ਜਹਾਂ ਤਾਂਬਰ ਕੀ ਹੈ, ਜਿੱਥੇ ਤਾਂਬੇ ਦੀ ਧਰਤੀ ਹੈ। ਲੱਖੋਂ ਬਿਸੀਅਰ ਤੇ ਥਲ ਰਹਿ। ਲੱਖਾਂ ਸਰਪ ਇਤਿਆਦਿਕ ਉਸ ਧਰਤੀ ਤੇ ਰਹਿੰਦੇ ਹਨ। ਤਿਨ ਹਿਤ ਧੂਲ ਜਾਏ ਤੇ ਦੇਸ਼। ਉਹਨਾਂ ਨੂੰ ਰੋਜੀ ਪਹੁੰਚਾਉਣੀ ਹੈ, ਉਹਨਾਂ ਦੇ ਵਾਸਤੇ, ਉਹਨਾਂ ਦੇ ਦੇਸ਼ ਵਿੱਚ, ਉਸ ਧਰਤੀ ਤੇ ਭਾਈ ਜੀਵਿਆ ਇਹ ਧੂੜ ਉੱਡ ਕੇ ਜਾਂਦੀ ਹੈ। ਨਿਜ ਕੁੰਡਲ ਮਹਿ ਲੇਤ ਅਸ਼ੇਸ਼। ਜੋ ਨਿਜ ਕੁੰਡਲ ਦੇਖ, ਜਿਹੜਾ ਆਪਣੇ ਕੁੰਡਲ ਵਿੱਚ ਸਾਰਿਆਂ ਨੂੰ ਪਰਮੇਸ਼ਰ ਵਾਹਿਗੁਰੂ ਜੋ ਹੈ ਉਹ ਸਭ ਨੂੰ ਲਈ ਬੈਠਾ ਹੈ। ਭਾਵ ਰੱਬ ਦੇ ਤਾਂ ਸਾਰੇ ਕੁੰਡਲ ਵਿੱਚ ਹੀ ਹਨ। ਤਿਸ ਕੋ ਖਾਏ ਨਿਭੈ ਹੈ ਕਾਲਾ। ਉਹ ਫਿਰ ਕੀ ਕਰਦੇ ਨੇ, ਜਾਂ ਕਹੀਏ ਜਿਹੜੇ ਤਸਕਰ ਨੇ, ਜਦੋਂ ਧੂੜ ਉੱਡਦੀ ਹੈ ਉਹ ਕੁੰਡਲੀਆਂ ਮਾਰੀ ਬੈਠੇ ਨੇ, ਧੂੜ ਨੂੰ ਆਪਣੀਆਂ ਕੁੰਡਲਾਂ ਦੇ ਵਿੱਚ ਲੈ ਲੈਂਦੇ ਆ, ਕੁੰਡਲ ਦੇ ਵਿੱਚ ਲੈ ਕੇ ਉੱਡਣ ਨਹੀਂ ਦਿੰਦੇ। ਮਹਾਰਾਜ ਕਹਿੰਦੇ ਫਿਰ ਤਿਸ ਕੋ ਖਾਏ, ਉਸ ਮਿੱਟੀ ਨੂੰ ਖਾ ਕਰਕੇ ਨਿਭੈ ਹੈ ਕਾਲਾ, ਆਪਣਾ ਸਮਾਂ ਲੰਘਾਉਂਦੇ ਹਨ। ਆਪੋ ਆਪਣੀ ਲੇਤ ਸੰਭਾਲਾ। ਤੇ ਫਿਰ ਉਹ ਇਹੀ ਟਾਈਮ ਹੁੰਦਾ, ਹਨੇਰੀਆਂ ਦਾ ਵੀ ਸਮਾਂ ਹੁੰਦਾ ਨਾ, ਫਿਰ ਉਹ ਸਾਲ ਦਾ ਮਿੱਟੀ ਆਪਣੀ ਕੁੰਡਲ ਵਿੱਚ ਇਕੱਠੀ ਕਰ ਲੈਂਦੇ, ਆਪੋ ਆਪਣੀ ਜਿਹੜੀ ਹੈ ਧੂੜ ਸੰਭਾਲ ਲੈਂਦੇ ਹਨ। ਲੱਖੋ ਅਹਿ ਛੁਦਾ ਤਰਸੀ। ਲੱਖੋ ਇਹ ਨਾਮ ਸੱਪ ਦਾ ਹੈ। ਇਸ ਤਰ੍ਹਾਂ ਲੱਖਾਂ ਦੀ ਤਾਦਾਦ ਵਿੱਚ ਸੱਪ ਸਲੂਟੇ ਜਿਹੜੇ ਹਨ ਭੁੱਖੇ। ਛੁਦਾ ਤਰ ਨਾਮ ਹੈ ਭੁੱਖਿਆਂ ਦਾ, ਜਿਹੜੇ ਉੱਥੇ ਭੁੱਖੇ ਹਨ। ਪ੍ਰਭੂ ਪਹੁੰਚਾਏ ਪਾਲ ਹੈ ਤੇ। ਪਰਮੇਸ਼ਰ ਉਹਨਾਂ ਨੂੰ ਇਹ ਰੋਜੀ ਪਹੁੰਚਾ ਕੇ ਪਾਲਦਾ ਹੈ। ਇਸ ਤੇ ਆਦਿਕ ਕਾਜ ਵਿਸਾਲਾ। ਇਸ ਤੋਂ ਆਦ ਲੈ ਕੇ ਭਾਈ ਜੀਵਿਆ ਹੋਰ ਵੀ ਬਹੁਤ ਕਾਰਜ ਹਨ। ਕਰਹਿ ਵਾਹਿਗੁਰੂ ਬਾਉ ਨਾਲਾ। ਜਿਹੜਾ ਵਾਹਿਗੁਰੂ ਹੈ ਉਸ ਹਨੇਰੀ ਦੇ ਨਾਲ ਜੋ ਕਾਰਜ ਕਰਦਾ ਹੈ। ਅਬ ਜੇ ਕਹਿ ਕਰ ਪੌਣ ਮਿਟਾਵੇ। ਹੁਣ ਭਾਈ ਜੀਵਿਆ ਜੇ ਕਹਿ ਕੇ ਹਵਾ ਬੰਦ ਕਰਵਾ ਦਈਏ, ਬਿਗਰਹਿ ਕਾਜ ਛੁਦਤ ਰਹਿ ਜਾਵੇ। ਫਿਰ ਤਾਂ ਵਾਹਿਗੁਰੂ ਦੀ ਰਜਾ ਵਿੱਚ ਵਾਧਾ ਪਾਉਣਾ ਨਾ, ਫਿਰ ਤਾਂ ਬਹੁਤ ਕਾਰਜ ਵਿਗੜ ਜਾਣਗੇ। ਕਿੰਨੇ ਜਿਹੜੀ ਜੀਵ ਹੈ ਭੁੱਖੇ ਰਹਿ ਜਾਣਗੇ।
ਪ੍ਰਭ ਸਰਬੱਗ ਸਫਲ ਕ੍ਰਿਤ ਧਰੈ। ਭਾਈ ਜੀਵਿਆ, ਉਸ ਪ੍ਰਮਾਤਮਾ ਨੂੰ ਤਾਂ ਕਹੀਏ ਤੂੰ ਆਹ ਕੰਮ ਨਾ ਕਰ ਜੇ ਉਹਨੂੰ ਗਿਆਨ ਨਾ ਹੋਵੇ। ਉਹ ਤਾਂ ਸਰਬੱਗ ਹੈ, ਉਹ ਤਾਂ ਸਭ ਕੁਝ ਕਰਨ ਦੇ ਸਮਰੱਥਾ, ਸਭ ਕੁਝ ਜਾਣਨ ਵਾਲਾ ਹੈ। ਸਫਲ ਕ੍ਰਿਤ ਧਰੈ, ਜੋ ਕਰਦਾ ਹੈ ਉਹ ਸਭ ਸਹੀ ਕਰਦਾ ਹੈ। ਕਿਆ ਅਲਪੱਗ ਤਰਕ ਨਾ ਕਰੈ। ਤੇ ਜਿਹੜਾ ਅਲਪੱਗ ਜੀਵ ਆ ਉਹ ਕੀ ਐਵੇਂ ਤਰਕ ਕਰਦਾ ਹੈ। ਲੱਖੋ ਜੀਵਨ ਕੋ ਸੰਤਾਪ। ਇਹ ਲੱਖਾਂ ਜੀਵਾਂ ਦਾ ਜਿਹੜਾ ਸੰਤਾਪ ਦੁੱਖ ਹੈ। ਮੇਟੈ ਪਵਨ ਦੋਸ਼ ਲੈ ਆਪ। ਤਾਂ ਯਾਦ ਰੱਖ, ਜੇ ਇਹ ਹਨੇਰੀ ਬੰਦ ਲਈ ਕਹਿੰਦੇ ਆ, ਇਹਨੂੰ ਬੰਦ ਕਰਕੇ ਫਿਰ ਉਹ ਲੱਖਾਂ ਜੀਵਾਂ ਦੇ ਸੰਤਾਪ ਜਿਹੜੇ ਦੁੱਖ ਹੈ ਉਹ ਦੋਸ਼ ਆਪਣੇ ਤੇ ਲੈਣੇ ਪੈਣਗੇ। ਇਹੋ ਮਨਮੁਖ ਕੀ ਰੀਤ ਪਛਾਨੋ। ਫਿਰ ਭਾਈ ਜੀਵਿਆ, ਵਾਹਿਗੁਰੂ ਜੋ ਕਰਦਾ ਉਹਦੇ ਵਿੱਚ ਵਾਧਾ ਕੁੱਤੇ ਕਿੰਤੂ ਕਰਨਾ ਹੈ ਤਾਂ ਮਨਮੁਖ ਦੀ ਰੀਤੀ ਜਾਣ ਲੈ। ਹੋਵਤ ਮਟਾਏ ਕਿ ਤਰਕ ਬਖਾਨੋ। ਜੋ ਹੋ ਰਿਹਾ ਉਸ ਨੂੰ ਰੋਕਣ ਲਈ ਤਰਕ ਕਰਦਾ ਹੈ। ਜਥਾ ਕਰਹਿ ਪ੍ਰਭ ਪਿਖ ਹਰ ਖੰਤੇ। ਜਿਹੜੇ ਭਾਈ ਗੁਰਮੁਖ ਨੇ, ਭਾਈ ਜੀਵੇ, ਜੋ ਪਰਮੇਸ਼ਰ ਕਰਦਾ ਹੈ ਵਾਹਿਗੁਰੂ ਉਸ ਨੂੰ ਵੇਖ ਕੇ ਖੁਸ਼ ਹੁੰਦੇ ਹਨ। ਨਹਿ ਤਰਕੈ ਓ ਨਹਿਨ ਮਿਟੰਤੇ। ਇਹ ਨਾ ਉਹ ਤਰਕ ਕਰਦੇ ਆ, ਨਾ ਉਹ ਪਰਮੇਸ਼ਰ ਦੇ ਕੀਤੇ ਨੂੰ ਮੇਟਦੇ ਹਨ। ਸੋ ਗੁਰਮੁਖ ਸੁਖ ਪ੍ਰਾਪਤ ਹੋਏ। ਭਾਈ ਜੀਵੇ, ਇਹ ਜਾਣ ਲੈ ਕਿ ਉਹ ਫਿਰ ਗੁਰਮੁਖ ਪੁਰਸ਼ ਹਨ ਜਿਨ੍ਹਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ, ਜੋ ਵਾਹਿਗੁਰੂ ਪਰਮੇਸ਼ਰ ਦਾ ਕੀਤਾ ਉਹਦੇ ਤੇ ਖੁਸ਼ ਰਹਿੰਦੇ ਆ। ਵਾਹਿਗੁਰੂ ਜੀ ਦੇ ਕੀਤੇ ਤੇ ਕਦੇ ਤਰਕ ਨਹੀਂ ਕਰਦੇ। ਤੇ ਜਿਹੜੇ ਫਿਰ ਐਸੇ ਗੁਰਮੁਖ ਹਨ ਉਹ ਸੁਖ ਪ੍ਰਾਪਤ ਕਰਦੇ ਨੇ। ਸੰਕਟ ਸਹਿ ਨ ਲੋਕਹਿ ਦੋਏ। ਭਾਈ ਜੀਵੇ, ਉਹ ਦੋਵਾਂ ਲੋਕਾਂ ਵਿੱਚ, ਲੋਕ ਵਿੱਚ ਵੀ ਪਰਲੋਕ ਵਿੱਚ ਵੀ ਕੋਈ ਸੰਕਟ ਨਹੀਂ ਸਹਿੰਦੇ, ਫਿਰ ਕੋਈ ਦੁੱਖ ਨਹੀਂ ਸਹਿੰਦੇ ਹਨ। ਤੂੰ ਕਰ ਬੇਚਿਤ ਚਹਿਤ ਆਹਾਰੇ। ਤੂੰ ਆਪਣੇ ਚਿੱਤ ਵਿੱਚ ਇਹ ਆਹਾਰ ਭੋਜਨ ਤਿਆਰ ਕਰਨ ਲਈ ਪਹਿਰ ਚਾਰ ਕਰ ਲੇ ਹੋ ਪਿਛਾਰੇ। ਭਾਈ ਜੀਵਿਆ, ਕੀ ਹੋ ਜਾਊਗਾ ਜੇ ਚਾਰ ਪਹਿਰ ਪਿੱਛੋਂ ਤਿਆਰ ਹੋ ਜੂ, ਫਿਰ ਕੀ ਗੱਲ ਹੈ। ਇਹ ਕਿੰਨਿਆਂ ਪ੍ਰਮਾਤਮਾ ਦੇਖ ਭਾਈ ਜੀਵੇ, ਅਸੀਂ ਆਪਣੇ ਭੋਜਨ ਲਈ ਲੱਖਾਂ ਹਜ਼ਾਰਾਂ ਅਣਗਿਣਤ ਜੀਵਾਂ ਦੀ ਰੋਜੀ ਰੋਕੀਏ। ਮਹਾਰਾਜ ਕਹਿਣ ਲੱਗੇ ਚਾਰ ਪੈਰ ਪਿੱਛੋਂ ਤਿਆਰ ਹੋ ਜਾਵੇਗਾ। ਹਟਹਿ ਜੇ ਨਹਿ ਦੂਸਰ ਦਿਨ ਕੀਜੈ। ਤਾਂ ਕੀ ਹੈ ਭਾਈ ਜੀਵੇ, ਜੇ ਨਹੀਂ ਹਟੇਗੀ ਦੂਸਰੇ ਦਿਨ ਤਿਆਰ ਹੋ ਜਾਊਗਾ। ਧਰੋ ਨ ਚਿੰਤਾ ਆਨੰਦ ਲੀਜੈ। ਇਸ ਕਰਕੇ ਕੋਈ ਚਿੰਤਾ ਨਾ ਮਨ ਵਿੱਚ ਧਾਰ, ਤੂੰ ਆਨੰਦ ਲੈ, ਖੁਸ਼ੀ ਲੈ, ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਆਨੰਦ ਮਾਣ। ਸਤਿਗੁਰ ਓ ਪ੍ਰਭ ਜਥਾ ਰਜਾਏ। ਤੇ ਸਤਿਗੁਰੂ ਦੀ ਤੇ ਪਰਮੇਸ਼ਰ ਦੀ ਜੋ ਜਿਸ ਤਰ੍ਹਾਂ ਦੀ ਰਜਾ ਹੈ, ਤਿਸ ਪਰ ਰਾਜੀ ਰਹਿਣ ਸਦਾਏ। ਜਿਹੜੇ ਭਾਈ ਪਰਮੇਸ਼ਰ ਗੁਰੂ ਦੀ ਰਜਾ ਦੇ ਉੱਤੇ ਰਾਜੀ ਹਮੇਸ਼ਾ ਰਹਿੰਦੇ ਹਨ। ਮੁੱਖ ਧਰਮ ਸਿੱਖੀ ਕੋਇ। ਇਹ ਜਾਣ ਲੈ ਕਿ ਸਿੱਖੀ ਦਾ ਮੁੱਖ ਧਰਮ ਇਹ ਹੈ ਰਜਾ ਵਿੱਚ ਰਹਿਣਾ। ਜੋ ਧਾਰੈ ਸਿੱਖ ਗੁਰੂ ਸਨੇਹੀ। ਜਿਹੜਾ ਕਿ ਭਾਈ ਸਿੱਖ ਆਪਣੇ ਗੁਰੂ ਦਾ ਪ੍ਰੇਮੀ ਹੈ, ਉਹ ਇਸ ਰਜਾ ਰੂਪੀ ਧਰਮ ਨੂੰ ਧਾਰਦਾ ਹੈ। ਜਿਮ ਪਤਿਵਰਤਾ ਇਸਤਰੀ ਲੱਛਣ। ਜਿਵੇਂ ਮਹਾਰਾਜ ਕਹਿੰਦੇ ਪਤਿਵਰਤਾ ਇਸਤਰੀ ਦੇ ਲੱਛਣ ਹਨ। ਪਤ ਆਗਿਆ ਮਹਿ ਸੁਖੀ ਵਿਚਛਨ। ਜੋ ਪਤੀ ਦੀ ਆਗਿਆ ਵਿੱਚ ਸੁਖੀ ਹੋ ਕੇ ਇਸ ਤਰ੍ਹਾਂ ਸੁਖੀ ਇੱਛਾ, ਵਿਚਛਨ ਨਾਮ ਹੈ ਜਿਹੜਾ ਹਮੇਸ਼ਾ ਹੀ ਵਿਚਛਨ ਸਿਆਣਪ। ਜੋ ਭਾਈ ਸਿਆਣਪ ਸਹਿਤ ਪਤੀ ਦੀ ਆਗਿਆ ਵਿੱਚ ਹੀ ਰਹਿ ਕੇ ਸੁਖੀ ਰਹਿੰਦੀ ਹੈ। ਪ੍ਰਭ ਆਗਿਆ ਮਹਿ ਤਥਾ ਸਦੀਵਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਪੁਰਸ਼ ਹਨ, ਇਹ ਪਰਮੇਸ਼ਰ ਦੇ ਪਤੀ ਵਰਤਾ ਇਸਤਰੀ ਰੂਪ ਹੈ।
ਤੇ ਪਰਮੇਸ਼ਰ ਦੀ ਆਗਿਆ ਵਿੱਚ ਪ੍ਰਭ ਆਗਿਆ ਮਹਿ ਤਥਾ ਸਦੀਵਾ, ਵਾਹਿਗੁਰੂ ਜੀ ਦੀ ਆਗਿਆ ਵਿੱਚ ਹਮੇਸ਼ਾ ਹੀ ਰਹੋ ਰਾਜ ਬਨ ਗੁਰਮੁਖ ਜੀਵਾ। ਹੇ ਭਾਈ ਜੀਵਾ, ਗੁਰਮੁਖ ਬਣ ਕੇ ਰਾਜੀ ਰਹੋ। ਜਪ ਤਪ ਬ੍ਰਤ ਦਾਨ ਫਲ ਸਾਰੇ, ਫਿਰ ਜਪ ਤਪ ਬ੍ਰਤ ਦਾਨ ਜਿੰਨੇ ਵੀ ਫਲ ਨੇ ਸਭ ਇਸ ਤੇ ਪ੍ਰਾਪਤ ਹੋਏ ਸੁਖਾਰੇ। ਉਹ ਜਾਣ ਲਓ ਵੀ ਜਿਹੜੇ ਜਪਾਂ ਤਪਾਂ ਬ੍ਰਤਾਂ ਦਾਨ ਨਾਲ ਫਲ ਮਿਲਣੇ ਐ, ਪਰਮੇਸ਼ਰ ਦੀ ਰਜਾ ਵਿੱਚ ਕੋਈ ਰਹਿਣਾ ਸਿੱਖ ਲੇ ਉਹਨੂੰ ਭਾਈ ਇਸੇ ਨਾਲ ਹੀ ਸਾਰੇ ਫਲ ਸੌਖੇ ਹੀ ਮਿਲ ਜਾਂਦੇ ਹਨ। ਸਿਮਰਹੁ ਸਤਿਨਾਮ ਕਰ ਪ੍ਰੀਤਾ, ਇਸ ਕਰਕੇ ਪ੍ਰੇਮ ਕਰਦਿਆਂ ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰੋ। ਤਿਆਗੋ ਤਨ ਹੰਤਾ ਇਮ ਨੀਤਾ, ਹਮੇਸ਼ਾ ਲਈ ਜਿਹੜੀ ਤਨ ਦੀ ਹੰਤਾ ਹੈ, ਹੰਤਾ ਤਨ ਭਾਵ ਆ ਜਿਹੜਾ ਤਨ ਹੈ ਇਹਨੂੰ ਹੰਗਤਾ ਕਰਨੀ ਕਿ ਮੇਰਾ ਹੈ, ਇਸ ਨੂੰ ਹਮੇਸ਼ਾ ਲਈ ਤਿਆਗ ਦਿਓ। ਬ੍ਰਹਮ ਗਿਆਨ ਤਬ ਪਾਏ ਸੁਖੇਨਾ, ਤੇ ਜੋ ਫਿਰ ਭਾਈ ਸੌਖਿਆਂ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਨਮ ਮਰਨ ਪੁਨ ਬਨੇ ਕਦੇ ਨਾ, ਫਿਰ ਭਾਈ ਜੀਵੇ ਕਦੇ ਵੀ ਜਨਮ ਮਰਨ ਨਹੀਂ ਬਣਦਾ ਹੈ, ਮੁਕਤ ਹੋ ਜਾਂਦਾ ਹੈ। ਸੁਨ ਜੀਵੇ ਤਬ ਬੰਧਨ ਕਰੀ, ਇਹ ਸੁਣ ਕੇ ਭਾਈ ਜੀਵੇ ਨੇ ਨਮਸਕਾਰ ਕੀਤੀ। ਸਤਿਗੁਰ ਸੀਖ ਭਲੀ ਔਰ ਧਰੀ, ਤੇ ਸਤਿਗੁਰੂ ਦੀ ਜਿਹੜੀ ਸਿੱਖਿਆ ਹੈ ਉਪਦੇਸ਼ ਹੈ ਉਸ ਨੂੰ ਭਲੀ ਪ੍ਰਕਾਰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਕਿ ਮਹਾਰਾਜ ਤੁਸੀਂ ਜੋ ਕਿਹਾ ਸਤ ਹੈ। ਕੋ ਇੱਕ ਦਿਨ ਮਹਿ ਗਿਆਨੀ ਹੋਵਾ, ਇਸ ਤਰ੍ਹਾਂ ਜਦੋਂ ਮਹਾਰਾਜ ਦਾ ਉਪਦੇਸ਼ ਧਾਰ ਲਿਆ ਕੁਝ ਕੁ ਦਿਨਾਂ ਵਿੱਚ ਹੀ ਉਹ ਮਹਾਨ ਗਿਆਨੀ ਹੋ ਗਿਆ। ਏਕੋ ਰੂਪ ਸਰਬ ਮਹਿ ਜੋਵਾ, ਤੇ ਸਾਰਿਆਂ ਦੇ ਵਿੱਚ ਇੱਕੋ ਬ੍ਰਹਮ ਰੂਪ ਨੂੰ ਵੇਖਦਾ ਹੈ। ਜੀਵਤ ਰਹਿਓ ਕਰੀ ਗੁਰ ਸੇਵਾ, ਜਿੰਨਾ ਸਮਾਂ ਭਾਈ ਜੀਵਾ ਜਿਉਂਦਾ ਰਿਹਾ ਸਤਿਗੁਰੂ ਜੀ ਦੀ ਇਹਨੇ ਸੇਵਾ ਕੀਤੀ। ਤਨ ਤਜ ਲੈ ਹੋਏ ਬ੍ਰਹਮ ਭੇਵਾ, ਤੇ ਫਿਰ ਜਦੋਂ ਸਰੀਰ ਛੱਡਿਆ, ਸਰੀਰ ਛੱਡ ਕਰਕੇ ਬ੍ਰਹਮ ਦੇ ਵਿੱਚ ਇਹ ਭਾਈ ਜੀਵਾ ਭੇਦ ਹੋ ਗਿਆ ਹੈ, ਬ੍ਰਹਮ ਨਾਲ ਇੱਕ ਮਿਕ ਹੋ ਗਿਆ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਇੱਥੇ ਤੱਕ ਜੋ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦੁਤੀਏ ਮਹੱਲੇ, ਇਹ ਦੂਜੇ ਮਹੱਲੇ ਦੇ ਹਮਾਊ ਔ ਜੀਵੇ ਕੋ ਪ੍ਰਸੰਗ ਵਰਣਨ, ਹਮਾਊ ਬਾਦਸ਼ਾਹ ਤੇ ਭਾਈ ਜੀਵੇ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਤ੍ਰਿਤੀਓ ਮੰਦਰ ਹੈ, ਇਹ ਜਿਹੜਾ ਘਰ ਨਾਮ ਤੀਜਾ ਘਰ ਹੈ, ਭਾਵ ਇਹ ਤੀਜੇ ਘਰ ਦਾ ਭਾਈ ਜੋ ਪ੍ਰਸੰਗ ਹੈ ਉਹ ਸੰਤ ਰੇਣ ਕਵੀ ਸ੍ਰੀ ਮਾਨ ਜੀ ਨੇ, ਪ੍ਰੇਮ ਸਿੰਘ ਜੀ ਨੇ ਬਿਆਨ ਕੀਤਾ ਹੈ। ਕਹਿਣਾ ਕੀਤਾ ਜਿਹਨੂੰ ਸੁਣ ਕਰਕੇ ਆਪਾਂ ਲਾਭ ਪ੍ਰਾਪਤ ਕਰਦੇ ਹਾਂ। ਇਸ ਇਤਿਹਾਸ ਦਾ ਬਹੁਤ ਵੱਡਾ ਪੱਖ ਜੋ ਸਾਡੇ ਲਈ ਉਪਦੇਸ਼, ਕਿਉਂਕਿ ਇਤਿਹਾਸ ਦਾ ਜਿਹੜਾ ਭਾਵ ਇਹੀ ਹੁੰਦਾ ਹੈ ਕਿ ਉਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ। ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਨੀ, ਬੇਨਤੀ ਕਰਨੀ ਕਿ ਮਹਾਰਾਜ ਸਾਡੇ ਤੇ ਇਹ ਕਿਰਪਾ ਕਰੋ, ਮਿਹਰ ਕਰੋ, ਇਹ ਜੋ ਬਚਨ ਹਨ ਇਹ ਸਾਡੇ ਹਿਰਦੇ ਵਿੱਚ ਵਸ ਜਾਣ। ਤੇ ਜਦੋਂ ਗੁਰਮੁਖੋ ਹਿਰਦੇ ਵਿੱਚ ਵਸਦੇ ਨੇ ਫਿਰ ਗਿਆਨ ਦਾ ਜਿਹੜਾ ਵਾਧਾ ਹੈ ਉਹ ਹੋਣਾ ਸ਼ੁਰੂ ਹੁੰਦਾ ਹੈ, ਤੇ ਗਿਆਨ ਦੇ ਨਾਲ ਹੀ ਜਿਹੜਾ ਫਿਰ ਹੈ ਇਹ ਜੀਵਨ ਦੀ ਮੁਕਤੀ ਹੈ। ਤੇ ਜਦੋਂ ਸਤਿਗੁਰੂ ਕਿਰਪਾ ਕਰਦਾ, ਗਿਆਨ ਔਰ ਭਗਤੀ ਦੇ ਸੁਮੇਲ ਦੁਆਰਾ ਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਤੋ ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਸਦਕਾ ਇਹ ਤੀਜੇ ਘਰ ਦਾ ਜਿਹੜਾ ਪ੍ਰਸੰਗ ਹੈ ਇੱਥੇ ਸੰਪੂਰਨ ਹੁੰਦਾ ਹੈ। ਭਾਵੇਂ 5-7 ਮਿੰਟ ਅਜੇ ਬਾਕੀ ਨੇ ਪਰ ਫਿਰ ਪ੍ਰਸੰਗ ਨਵਾਂ ਸ਼ੁਰੂ ਹੋ ਜਾਂਦਾ ਹੈ। ਉਹ ਫਿਰ ਗੱਲ ਇੰਨੇ ਸਮੇਂ ਵਿੱਚ ਸਮਝ ਤੋਂ ਨਹੀਂ ਆਉਂਦੀ, ਇਸ ਕਰਕੇ ਹੁਣ ਆਪਾਂ ਕੱਲ ਅੱਗੇ ਜਿਹੜਾ ਚੌਥੇ ਘਰ ਤੋਂ ਅੱਗੇ ਪ੍ਰਸੰਗ ਗੁਰਸਿੱਖਾਂ ਦੇ ਕਿਵੇਂ ਕਿਰਪਾ ਕਰਦੇ ਮਹਾਰਾਜ ਉਹ ਗੁਰਮੁਖੋ ਸਰਵਣ ਕਰਾਂਗੇ।
ਭੁੱਲ ਚੁੱਕ ਦੀ ਖਿਮਾ। ਗੁਰੂ ਸਾਹਿਬ ਜੀ ਸਾਰਿਆਂ ਸਿਰ ਮਿਹਰ ਭਰਿਆ ਹੱਥ ਰੱਖਣ। ਤੰਦਰੁਸਤੀ, ਚੜ੍ਹਦੀ ਕਲਾ, ਸਭ ਪਰਿਵਾਰਾਂ ਵਿੱਚ ਗੁਰਸਿੱਖੀ ਜੀਵਨ ਦੀਆਂ ਦਾਤਾਂ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਸਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।